ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਅਸੀਂ ਅੱਜ ਪਹੁੰਚੇ ਹੋਏ ਹਾਂ ਸਰਬ ਅਕਾਲ ਮਿਊਜ਼ਿਕ ਸਕੂਲ ਦੇ ਵਿੱਚ ਔਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਈ ਹਰਜੀਤ ਸਿੰਘ ਜੀ, ਜਿਨ੍ਹਾਂ ਵੱਲੋਂ ਉੱਦਮ ਕਰਕੇ ਇਸ ਸਕੂਲ ਨੂੰ ਚਲਾਇਆ ਜਾ ਰਿਹਾ ਹੈ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਸਰਬ ਅਕਾਲ ਮਿਊਜ਼ਿਕ ਸਕੂਲ ਬਾਰੇ। ਅਤੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਅਸੀਂ ਸਵਾਗਤ ਕਰੀਏ। ਸੋ ਭਾਈ ਹਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸਾਡੇ ਲਈ ਸਮਾਂ ਕੱਢਿਆ ਔਰ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਸਭ ਤੋਂ ਪਹਿਲਾਂ ਚੱਕਦੇ ਟੀਵੀ ਦੇ ਜਿੰਨੇ ਵੀ ਦਰਸ਼ਕ ਹੈਗੇ ਨੇ, ਜਿਹੜੇ ਇਹਨੂੰ ਪਿਆਰ ਦੇ ਨਾਲ ਸਪੋਰਟ ਕਰ ਰਹੇ ਨੇ, ਇਹਨੂੰ ਦੇਖ ਰਹੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਅਤੇ ਵਾਹਿਗੁਰੂ ਉਹ ਪ੍ਰਮਾਤਮਾ ਇਸ ਚੈਨਲ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰੇ, ਜਿਨ੍ਹਾਂ ਨੇ ਇੱਕ ਕਲਾਸੀਕਲ ਮਿਊਜ਼ਿਕ ਨੂੰ ਪ੍ਰਮੋਟ ਕਰਨ ਵਾਸਤੇ, ਅੱਗੇ ਲਿਆਉਣ ਵਾਸਤੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਕਿ ਖੁਦ ਚੱਲ ਕੇ ਅੱਜ ਸਾਡੇ ਸਕੂਲ ਦੇ ਵਿੱਚ ਆਏ ਹਨ। ਤਾਂ ਅਸੀਂ ਵੀ ਇਹਨਾਂ ਦਾ ਅੱਜ ਇੱਥੇ ਆਉਣ 'ਤੇ ਨਿੱਘਾ ਸਵਾਗਤ ਕਰਦੇ ਹਾਂ ਅਤੇ ਉਸ ਵਾਹਿਗੁਰੂ ਰੱਬ ਅੱਗੇ ਦੁਆ ਕਰਦੇ ਹਾਂ ਕਿ ਇਹ ਚੈਨਲ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਦੇ ਵਿੱਚ ਰਵੇ ਅਤੇ ਇਸੇ ਤਰ੍ਹਾਂ ਸਾਡੀ ਕਮਿਊਨਿਟੀ ਦੀ, ਸਾਰੇ ਦੇਸ਼ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇ। ਥੈਂਕ ਯੂ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਭਾਈ ਹਰਜੀਤ ਸਿੰਘ ਜੀ। ਔਰ ਇਹ ਧੰਨ ਭਾਗ ਸਾਡੇ ਨੇ ਜੀ, ਅਸੀਂ ਇੱਕ ਸਕੂਲ ਦੇ ਵਿੱਚ ਪਹੁੰਚੇ ਹਾਂ, ਉਹ ਵੀ ਕਲਾਸੀਕਲ ਮਿਊਜ਼ਿਕ ਸਕੂਲ ਦੇ ਵਿੱਚ। ਸੋ ਸਭ ਤੋਂ ਪਹਿਲਾਂ ਭਾਈ ਹਰਜੀਤ ਸਿੰਘ ਜੀ, ਤੁਸੀਂ ਸਾਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਕਦੋਂ ਕੈਨੇਡਾ ਆਏ ਔਰ ਕਦੋਂ ਅਤੇ ਕਿੱਦਾਂ ਇਹ ਸਭ ਬਣਿਆ ਇਸ ਸਕੂਲ ਦੀ ਸ਼ੁਰੂਆਤ ਦਾ। ਹਾਂਜੀ, ਦਾਸ ਦਾ ਨਾਮ ਭਾਈ ਹਰਜੀਤ ਸਿੰਘ ਇਸ ਕਰਕੇ ਪਿਆ ਕਿ ਦਾਸ ਗੁਰਦੁਆਰਾ ਸਿੱਖ ਸੁਸਾਇਟੀ ਕੈਲਗਰੀ ਵਿਖੇ ਐਜ ਏ ਪ੍ਰਿਸ਼ਟ ਦੀ ਗ੍ਰੰਥੀ ਸਿੰਘ ਦੀ ਸੇਵਾ ਕਰਦਾ ਸੀ। ਤਾਂ ਸਤਿਗੁਰੂ ਨੇ, ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਕਿ ਇਹ ਬਹੁਤ ਵੱਡਾ ਖਿਤਾਬ ਮੈਨੂੰ ਮਿਲਿਆ। ਅਤੇ ਮੈਂ 1997 ਦੇ ਵਿੱਚ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਦੇ ਤੌਰ 'ਤੇ ਸ਼ੁਰੂਆਤ ਕੀਤੀ ਸੀ। ਪਰ ਰੱਬ ਦੀ ਐਸੀ ਬਖਸ਼ਿਸ਼ ਸੀਗੀ ਕਿ ਬਚਪਨ ਤੋਂ ਹੀ ਕਲਾਸੀਕਲ ਮਿਊਜ਼ਿਕ ਦਾ, ਗੁਰਬਾਣੀ ਸੰਗੀਤ ਨਾਲ ਪਿਆਰ ਸੀ। ਕੋਸ਼ਿਸ਼ ਕੀਤੀ ਕਿਉਂ ਨਾ, ਜਦੋਂ ਅਸੀਂ ਇੰਡੀਆ ਸਿੱਖਦੇ ਹੁੰਦੇ ਸੀ ਆਪਣੇ ਉਸਤਾਦਾਂ ਦੇ ਕੋਲੋਂ, ਫਿਰ ਬੜੇ ਹੀ ਖੁਸ਼ਕਿਸਮਤੀ ਹੈ ਮੇਰੀ ਕਿ ਮੈਨੂੰ ਤਕਰੀਬਨ 6-7 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਦੀ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਰਾਗੀ ਜਥੇ ਦੇ ਤੌਰ 'ਤੇ, ਰਾਗੀ ਜਥੇ ਦੇ ਨਾਲ ਤਬਲਾ ਵਜਾਉਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਤਕਰੀਬਨ ਉੱਥੇ 4 ਜਾਂ 5 ਸਾਲ 89 ਤੋਂ ਲੈ ਕੇ 94 ਤੱਕ ਉੱਥੇ ਰਾਗੀ ਜਥੇ ਦੀ ਸੇਵਾ ਦੇ ਤੌਰ 'ਤੇ ਸੇਵਾ ਕੀਤੀ ਹੈ ਤਬਲੇ ਦੀ। ਉਸ ਤੋਂ ਬਾਅਦ 1997 ਦੇ ਵਿੱਚ ਮੈਨੂੰ ਕੈਨੇਡਾ ਆਉਣ ਦਾ ਮੌਕਾ ਮਿਲਿਆ ਅਤੇ ਉਹ ਫਿਰ ਲਗਾਤਾਰ ਹੀ ਮੈਂ 10 ਸਾਲ 2007 ਤੱਕ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਕੀਤੀ, ਤਬਲੇ ਦੀ ਸੇਵਾ ਕੀਤੀ ਅਤੇ ਨਾਲ ਨਾਲ ਮਿਊਜ਼ਿਕ ਦਾ ਸ਼ੌਂਕ ਸੀਗਾ, ਕੁਛ ਬੱਚਿਆਂ ਨੂੰ ਸਿਖਾਇਆ ਵੀ। ਅਤੇ 2007 ਦੇ ਵਿੱਚ ਫਿਰ ਮੈਂ ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਛੱਡੀ, ਪਰਿਵਾਰ ਮੇਰਾ ਕੈਨੇਡਾ ਆਇਆ ਅਤੇ ਫਿਰ 2009 ਦੇ ਵਿੱਚ ਅਸੀਂ ਇਹ ਸ਼ੁਰੂਆਤ ਕੀਤੀ। ਅਤੇ ਮੇਰੇ ਕੁਛ ਬਹੁਤ ਹੀ ਕਲੋਜ਼ ਫਰੈਂਡ ਵੀ ਹਨ, ਮਿੱਤਰ ਹਨ, ਜਿਨ੍ਹਾਂ ਨੇ ਸਾਨੂੰ ਇਸ ਸਕੂਲ ਨੂੰ ਅੱਜ ਇਸ ਸਟੇਜ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਕਿਉਂਕਿ ਇਕੱਲਾ ਬੰਦਾ ਕੁਛ ਵੀ ਨਹੀਂ ਕਰ ਸਕਦਾ। ਜਿੰਨਾ ਚਿਰ ਅਸੀਂ ਸਾਰੇ ਇਕੱਠੇ ਹੋ ਕੇ ਕੋਈ ਕੰਮ ਕਰਦੇ ਹਾਂ ਤਾਂ ਉਸ ਕੰਮ ਦਾ ਜਿਹੜਾ ਨਤੀਜਾ ਹੁੰਦਾ ਹੈ ਬੜਾ ਪਿਆਰਾ ਹੁੰਦਾ ਹੈ। ਤਾਂ ਅੱਜ ਰੱਬ ਦੀ ਮਿਹਰ ਹੈ ਕਿ ਆਪਾਂ ਸਾਰੇ ਇੱਥੇ ਇਕੱਠੇ ਹੋ ਕੇ ਇਸ ਸਕੂਲ ਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਇਹ ਸਾਡੀ ਕਮਿਊਨਿਟੀ ਦੀ ਅਤੇ ਸਾਡੇ ਇਸ ਦੇਸ਼ ਦਾ ਨਾਮ ਰੋਸ਼ਨ ਕਰੇ। ਕਿਆ ਬਾਤ ਹੈ। ਬਹੁਤ ਲੰਬਾ ਸਫ਼ਰ ਜਿਹੜਾ ਆ ਤੁਹਾਡਾ ਸੰਗੀਤ ਦੇ ਨਾਲ ਵੀ ਜੁੜਿਆ ਹੋਇਆ ਔਰ ਜਿਹੜਾ ਇਹ ਜ਼ਿੰਦਗੀ ਜੱਦੋ ਜਹਿਦ ਤਾਂ ਹੈ ਹੀ ਹੈ। ਹਾਂਜੀ। ਸੋ ਤੁਸੀਂ ਇਹ ਦੱਸਿਆ ਕਿ ਇਹ ਸ਼ੁਰੂਆਤ ਜਿਹੜੀ ਹੈ ਸਕੂਲ ਦੀ 2007 ਤੋਂ ਹੋਈ ਹੈ। ਹਾਂਜੀ, 2009 ਦੇ ਵਿੱਚ ਸ਼ੁਰੂਆਤ ਹੋਈ ਸੀ ਜੀ, ਕਿਉਂਕਿ ਜਿਹੜਾ 2 ਸਾਲ ਦਾ ਵਕਫਾ ਵਿੱਚ ਪਿਆ ਸੀ, ਉਹ ਜਦੋਂ ਮੈਂ 2007 ਦੇ ਵਿੱਚ ਆਪਣਾ ਛੱਡਿਆ ਸੀ ਗੁਰਦੁਆਰਾ ਸਾਹਿਬ ਦੀ ਸੇਵਾ ਮੁਕਤ ਹੋਇਆ ਸੀ, ਤਾਂ 2 ਸਾਲ ਫਿਰ ਮੈਂ ਫੈਮਿਲੀ ਨੇ ਇੱਥੇ ਆਉਣਾ ਸੀ, ਥੋੜ੍ਹਾ ਸਟਰਗਲ ਕੀਤਾ ਵੀ ਥੋੜ੍ਹਾ ਜਿਹਾ ਸੈਟਿੰਗ ਹੋ ਜਾਏ ਫੈਮਿਲੀ ਦੀ। ਅਤੇ ਫਿਰ 2009 ਦੇ ਵਿੱਚ ਉਸ ਰੱਬ ਨੇ, ਉਸ ਅੱਲਾ ਨੇ, ਉਸ ਪਰਮਾਤਮਾ ਨੇ ਮਿਹਰ ਕੀਤੀ ਅਤੇ ਇਸੇ ਹੀ ਜਗ੍ਹਾ 'ਤੇ ਇਹ ਸਕੂਲ ਦੀ ਸ਼ੁਰੂਆਤ ਹੋਈ ਸੀ। ਬਹੁਤ ਵਧੀਆ ਤੁਸੀਂ ਉੱਦਮ ਕਰ ਰਹੇ ਹੋ, ਬੱਚਿਆਂ ਨੂੰ ਇੱਕ ਜਿਹੜਾ ਇਹ ਸੰਗੀਤ ਜਿਹੜਾ ਨਾਲ ਜੋੜ ਰਹੇ ਹੋ। ਉਹ ਤਾਂ ਮੈਂ ਸਮਝਦਾ ਕਿ ਸ਼ਾਇਦ ਇਹ ਤੋਂ ਵੱਡਾ ਪਰਉਪਕਾਰ ਸ਼ਾਇਦ ਹੋਰ ਕੋਈ ਨਾ ਹੋਵੇ।
ਕਿਉਂਕਿ ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ। ਜੀ। ਸੋ ਇਹ ਰੂਹ ਦੀ ਖੁਰਾਕ ਦੀ ਪੂਰਤੀ ਕਰਨ ਦੇ ਲਈ ਤੁਸੀਂ ਬੱਚਿਆਂ ਨੂੰ ਖੁਦ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ। ਹਾਂਜੀ। ਸੋ ਬੱਚੇ ਇੱਕ ਤਾਂ ਮੇਰੇ ਹਿਸਾਬ ਦੇ ਨਾਲ ਕੁਛ ਸਿੱਖਦੇ ਆ, ਨਾਲ ਦੀ ਨਾਲ ਉਹ ਬੁਰੀ ਸੰਗਤ ਤੋਂ ਵੀ ਬਚਦੇ ਆ। ਬਿਲਕੁਲ। ਇਸ ਦੇ ਵਿੱਚ ਇਸ ਤਰ੍ਹਾਂ ਜੀ, ਸਭ ਤੋਂ ਪਹਿਲਾ ਤੋਂ ਵੱਡਾ ਯੋਗਦਾਨ ਬੱਚਿਆਂ ਦੇ ਮਾਤਾ ਪਿਤਾ ਦਾ ਹੁੰਦਾ ਹੈ, ਅਤੇ ਹੁੰਦਾ ਹੀ ਨਹੀਂ, ਉਹਨਾਂ ਦਾ ਫਰਜ਼ ਵੀ ਹੈ ਅਤੇ ਉਹਨਾਂ ਦੀ ਡਿਊਟੀ ਵੀ ਹੈ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਿਜਾਣ ਦੀ। ਅਤੇ ਨਾਲ ਦੀ ਨਾਲ ਜਿੱਥੇ ਉਹ ਬੱਚੇ ਆਪਣਾ ਕਲਚਰ ਸਿੱਖਣਗੇ, ਤਬਲਾ ਜਾਂ ਹਾਰਮੋਨੀਅਮ ਜਾਂ ਕਲਾਸੀਕਲ ਮਿਊਜ਼ਿਕ, ਕੋਈ ਵੀ ਮਿਊਜ਼ਿਕ ਅਗਰ ਸਿੱਖਦੇ ਹਨ, ਜਿੱਥੇ ਉਹ ਬੱਚੇ ਇੱਦਾਂ ਦਾ ਚੰਗਾ ਜੋ ਵੀ ਚੰਗਾ ਰਸਤਾ ਹੈ ਉਹਦੇ ਰਸਤੇ 'ਤੇ ਜਾਣ ਦੀ ਕੋਸ਼ਿਸ਼ ਕਰਨਗੇ, ਮਿਊਜ਼ਿਕ ਸਿੱਖਣਗੇ, ਚੰਗੇ ਲੋਕਾਂ ਨਾਲ ਮਿਲਣਗੇ। ਕਿਉਂਕਿ ਜਦੋਂ ਆਪਾਂ ਸਿੱਖਦੇ ਹਾਂ, ਇਹ ਕੁਦਰਤੀ ਗੱਲ ਹੈ, ਸੰਗੀਤ ਦੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਵੀ ਜਾਓਗੇ, ਕਲਾਸੀਕਲ ਦੇ ਵਿੱਚ ਜਾਂ ਕਿਸੇ ਵੀ ਮਿਊਜ਼ਿਕ ਦੇ ਵਿੱਚ, ਉਹ ਸੰਗਤ ਬੜੀ ਪਿਆਰੀ ਹੈ, ਕਿਉਂਕਿ ਇਹਦੀ ਕੋਈ ਬਾਉਂਡਰੀ ਨਹੀਂ ਹੈ, ਕੋਈ ਲੈਂਗੁਏਜ ਨਹੀਂ ਹੈ। ਜੇ ਤੁਹਾਨੂੰ ਕੋਈ ਗੋਰਾ ਮਿਲਿਆ, ਹਾਂਜੀ, ਉੱਥੇ ਵੀ ਮਿਊਜ਼ਿਕ ਦੀ ਗੱਲ ਹੋ ਗਈ, ਉਹ ਵੀ ਤੁਹਾਡਾ ਸ਼ਰੀਕ ਬਣ ਗਿਆ, ਰਿਸ਼ਤਾ ਬਣ ਗਿਆ ਜੀ। ਉੱਥੇ ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ, ਇਹ ਬਿਨਾਂ ਕਿਸੇ ਵੀ ਬਾਉਂਡਰੀ ਤੋਂ ਹੈਗਾ। ਇਹ ਇੱਕ ਪੱਕਾ ਧਰਮ ਹੈ ਜਿਹੜਾ ਤੁਹਾਨੂੰ ਰੱਬ ਦੇ ਨਾਲ ਜੋੜਦਾ ਹੈ। ਅਤੇ ਸਭ ਤੋਂ ਵਧੀਆ ਸਾਨੂੰ ਜਿਹੜੀ ਮੌਕਾ ਮਿਲਿਆ ਉਹ ਇਹ ਮਿਲਿਆ ਕਿ ਅੱਜ ਵੀ ਇਸ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਤਕਰੀਬਨ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕਿਸੇ ਵੀ ਧਰਮ ਦੇ ਲੋਕ ਇੱਥੇ ਆਉਂਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹਰ ਇੱਕ ਉਸ ਜਗ੍ਹਾ ਦੇ ਨਾਲ ਜਾਂ ਉਸ ਬੰਦੇ ਦੇ ਨਾਲ ਜੋੜਿਆ ਜਾਏ ਜਿੱਥੋਂ ਸਾਨੂੰ ਇੱਕ ਚੰਗਾ ਸੰਦੇਸ਼ ਮਿਲੇ ਜ਼ਿੰਦਗੀ ਜੀਣ ਦਾ। ਕਿਉਂਕਿ ਬੱਚਾ ਜਦੋਂ ਉਹਦੀ ਜ਼ਿੰਦਗੀ ਇੱਕ ਬੱਚੇ ਦੇ ਤੌਰ 'ਤੇ ਸ਼ੁਰੂਆਤ ਹੁੰਦੀ ਹੈ, ਬੱਚਾ ਸਿੱਖਣ ਵਾਲੇ ਪਾਸੇ ਜਾਂਦਾ ਹੈ। ਜਿੱਥੇ ਅਸੀਂ ਉਸ ਬੱਚੇ ਨੂੰ ਚੰਗਾ ਮਿਊਜ਼ਿਕ ਸਿਖਾਉਣਾ ਹੈ ਤਾਂ ਨਾਲ ਨਾਲ ਅਸੀਂ ਕੋਸ਼ਿਸ਼ ਕਰਨੀ ਹੈ ਕਿ ਚੰਗਾ ਇਨਸਾਨ ਵੀ ਬਣੇ ਉਹ। ਜੇਕਰ ਉਹ ਚੰਗਾ ਇਨਸਾਨ ਬਣ ਗਿਆ, ਫਿਰ ਚੰਗਾ ਮਿਊਜ਼ਿਕ ਵੀ ਸਿੱਖੇਗਾ, ਫਿਰ ਉਹਦਾ ਜਿਹੜਾ ਬਹਿਣਾ ਉੱਠਣਾ ਹੈ ਉਹ ਕਿਸੇ ਦੇ ਨਾਲ ਵੀ ਉਹ ਚੰਗੇ ਦੇ ਨਾਲ ਹੀ ਹੋਏਗਾ, ਬੈਡ ਸੰਗਤ ਵੱਲ ਉਹ ਘੱਟ ਜਾਏਗਾ। ਤਾਂ ਬਸ ਸਾਡੀ ਕੋਸ਼ਿਸ਼ ਇਹੀ ਹੈ ਕਿ ਕਿਸੇ ਵੀ ਧਰਮ ਦਾ ਬੱਚਾ ਇੱਥੇ ਆ ਕੇ ਅਗਰ ਸਿੱਖਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿਉਂ ਉਹਨੂੰ ਇਹ ਨਾ ਫੀਲ ਹੋਵੇ ਕਿ ਤੂੰ ਫਲਾਣੇ ਧਰਮ ਦਾ ਹੈ, ਤੂੰ ਫਲਾਣੇ ਧਰਮ ਦਾ। ਹੁਣ ਵੀ ਤੁਸੀਂ, ਆਪਾਂ ਇੱਥੇ ਬੈਠੇ ਹਾਂ, ਸਾਡੇ ਭਾਜੀ ਬੈਠੇ ਨੇ, ਭਾਈ ਸਾਹਿਬ ਨਾਲ, ਇਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਹਨ। ਸਾਡੇ ਦੂਜੇ ਮਿੱਤਰ ਹਨ, ਕੋਈ ਗੁਜਰਾਤ ਤੋਂ ਬੈਠੇ ਹਨ, ਕੋਈ ਇੰਡੀਆ ਤੋਂ ਬੈਠੇ ਹਨ। ਹਾਂਜੀ, ਅਤੇ ਸਾਡੀ ਕੋਸ਼ਿਸ਼ ਹੈ ਕਿ ਇੱਕ ਇਸ ਰੂਟ ਦੇ ਥਰੂ ਅਸੀਂ ਚੰਗਾ ਮੈਸੇਜ ਦੇਈਏ। ਜੇਕਰ ਅਸੀਂ ਚੰਗੇ ਇਨਸਾਨ ਬਣ ਗਏ, ਅਸੀਂ ਚੰਗੇ ਸ਼ਹਿਰੀ ਵੀ ਬਣਾਂਗੇ। ਜੇ ਅਸੀਂ ਚੰਗੇ ਸ਼ਹਿਰੀ ਬਣਾਂਗੇ, ਅਸੀਂ ਚੰਗੇ ਸਿਟੀਜ਼ਨ ਵੀ ਬਣਾਂਗੇ। ਅਤੇ ਜਦੋਂ ਚੰਗੇ ਸਿਟੀਜ਼ਨ ਬਣਾਂਗੇ ਤਾਂ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਵੀ ਚੰਗਾ ਜਾਏਗਾ। ਅਸੀਂ ਸੰਗੀਤ ਦੇ ਥਰੂ ਇਹੋ ਜਿਹੇ ਬੰਬ ਚਲਾਉਣਾ ਚਾਹੁੰਦੇ ਹਾਂ ਜਿਹੜੇ ਬੰਬ ਲੋਕਾਂ ਨੂੰ ਮਾਰਨਗੇ ਨਹੀਂ, ਉਹਨਾਂ ਨੂੰ ਜ਼ਿੰਦਗੀ ਦੇ ਜੀਣ ਦਾ ਇੱਕ ਰਸਤਾ ਦੱਸਦੇ ਹਨ। ਅੱਜ ਅਸੀਂ ਕੁਛ ਦੇਖਦੇ ਹਾਂ ਮੀਡੀਆ ਦੇ ਵਿੱਚ, ਕਿਤੇ ਕੁਛ ਹੋ ਰਿਹਾ ਹੈ, ਕਿਤੇ ਕੁਛ ਹੋ ਰਿਹਾ ਹੈ, ਲੇਕਿਨ ਕੋਸ਼ਿਸ਼ ਬੜੇ ਲੋਕ ਕਰ ਰਹੇ ਨੇ। ਇਹ ਨਹੀਂ ਕਿ ਅਸੀਂ ਕਰ ਰਹੇ ਹਾਂ, ਬੜੀ ਦੁਨੀਆ ਜਿਹੜੀ ਚੰਗੇ ਤੋਂ ਚੰਗਾ ਸੰਦੇਸ਼ ਦੇ ਰਹੀ ਹੈ। ਚੰਗੇ ਚੰਗੇ ਹਿੰਦੂ ਧਰਮ ਦੇ ਵਿੱਚ, ਮੁਸਲਮਾਨ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ, ਈਸਾਈ ਧਰਮ ਦੇ ਵਿੱਚ ਬੜੇ ਬੜੇ ਅੱਛੇ ਪ੍ਰੀਚਰ ਆਉਂਦੇ ਹਨ ਜਿਹੜਾ ਬਹੁਤ ਚੰਗਾ ਸੰਦੇਸ਼ ਦਿੰਦੇ ਹਨ। ਆਪਣੇ ਤੌਰ 'ਤੇ ਸਾਰੇ ਹੀ ਬਹੁਤ ਅੱਛਾ ਕੰਮ ਕਰ ਰਹੇ ਹਨ, ਪਰ ਅਸੀਂ ਥੋੜ੍ਹਾ ਜਿਹਾ ਅਲੱਗ ਹੋ ਕੇ ਕੋਸ਼ਿਸ਼ ਕੀਤੀ ਕਿ ਸੰਗੀਤ ਦੇ ਥਰੂ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਨਹੀਂ ਜੀ, ਬਹੁਤ ਵਧੀਆ ਇਹ ਤੁਹਾਡਾ ਤਰੀਕਾ ਹੈ ਸੰਦੇਸ਼ ਦੇਣ ਦਾ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਸੰਗੀਤ ਦੀ ਦੁਨੀਆ ਇਹ ਬਿਲਕੁਲ ਕਿਸੇ ਬਾਉਂਡਰੀ ਨਾਲ ਬੱਝੀ ਹੋਈ ਨਹੀਂ ਹੈਗੀ, ਕਿਸੇ ਜ਼ੁਬਾਨ ਦੇ ਨਾਲ ਬੱਝੀ ਹੋਈ ਨਹੀਂ ਹੈਗੀ। ਕਿਸੇ ਵੀ ਕੋਈ ਵੀ ਜ਼ੁਬਾਨ ਜਾਣਦਾ ਹੋਵੇ, ਕੋਈ ਵੀ ਲੈਂਗੁਏਜ ਇਨਸਾਨ ਜਾਣਦਾ ਹੋਵੇ, ਪਰ ਸੰਗੀਤ ਇੱਕ ਇੱਦਾਂ ਦਾ ਇੱਕ ਲੈਂਗੁਏਜ ਆ, ਇੱਕ ਇੱਦਾਂ ਦਾ ਧਰਮ ਆ ਜਿਹੜਾ ਹਰ ਕਿਸੇ ਨੂੰ ਜੋੜ ਦਿੰਦਾ। ਬਿਲਕੁਲ। ਜੇ ਅਸੀਂ ਗੱਲ ਕਰੀਏ ਕਿ ਤੁਸੀਂ ਇਹ ਸਕੂਲ ਦੀ ਸ਼ੁਰੂਆਤ ਕੁਛ ਸੋਚ ਨੂੰ ਲੈ ਕੇ ਕੀਤੀ ਸੀ, ਅਤੇ ਉਹ ਕੀ ਸੋਚ ਸੀ? ਸੋਚ ਮੇਰੀ ਇਹ ਸੀ ਕਿ ਜਦੋਂ ਮੈਂ ਇੰਡੀਆ ਦੇ ਵਿੱਚ ਮੈਂ ਖੁਦ ਸਿੱਖਦਾ ਹੁੰਦਾ ਸੀ, ਅਤੇ ਉਸ ਸਿੱਖਣ ਦੇ ਵਿੱਚ ਕੀ ਸੀ ਕਿ ਮੈਂ ਆਪਣਾ ਤਬਲਾ ਚੁੱਕ ਕੇ 3 ਕਿਲੋਮੀਟਰ 'ਤੇ ਜਾ ਕੇ ਖੁਦ ਸਿੱਖਦਾ ਹੁੰਦਾ ਸੀ। ਅਤੇ ਉਦੋਂ ਸਾਡੇ ਕੋਲ ਇੱਕ ਤਾਂ ਹੁੰਦਾ ਨਾ ਵੀ ਬਿਨਾਂ ਮਤਲਬ ਤੋਂ ਗੱਲ ਕਹਿਣੀ, ਸਾਡੇ ਨਾਲ ਬੀਤੀ ਹੋਈ ਹੈ। ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਜਾ ਕੇ ਚੰਗੇ ਕਿਤੇ ਮਤਲਬ ਗੱਡੀਆਂ ਲੈ ਕੇ ਜਾਂ ਸਕੂਟਰ ਲੈ ਕੇ ਅਸੀਂ ਆਪਣਾ ਤਬਲਾ ਚੁੱਕ ਕੇ 3 ਕਿਲੋਮੀਟਰ ਜਾ ਕੇ ਸਿੱਖਦੇ ਹੁੰਦੇ ਸੀ। ਤਾਂ ਅੱਜ ਰੱਬ ਨੇ ਬੜੇ ਸਾਧਨ ਚੰਗੇ ਚੰਗੇ ਦਿੱਤੇ ਹਨ। ਮਾਂ ਪਿਓ ਵੀ
हर एक बंदे को इत्थे गड्डी है, कार है, जिथे भी जाना है बच्चे नूं गड्डी ते लैके जा सकता है। बड़े साधन हैं मीडिया के थ्रू, बड़ा सौखा है अज सीखना। पर साडी कोशिश ये होनी चाहिए है कि जेकर एडा वधिया साडा संगीत है, पूरी दुनिया साडे संगीत दा लोहा मंनदी है, भावें वो पाकिस्तान दा है, भावें वो इंडिया दा है, भावें अफगानिस्तान दा है, तो पर ये क्योंकि साडा वो जिहड़ा एरिया है वो साडा एक ही है, बैकग्राउंड तो इक्को ही है ना। बाद विच कोई देश वखरा हो गया या अलग हो गई कंट्री, बैकग्राउंड इक्को ही है। उस संगीत दे विच रूहानीयत है। जिन्ने भी साडे गुरु साहिबान होए, उन्होंने अपना गुरु नानक साहब तो लै लो, भाई मरदाना उन्हां दे नाल बाणी आई है, तो कह रहे ने भाई मरदाना रबाब छेड़ बाणी आई है, उन्होंने संगीत नूं नाल रखिया। होर भी जिन्ने भी अवतारी पुरुष होए हैं सारिਆਂ ने संगीत नूं एक बहुत नाल जोड़ के रखिया हर धर्म दे विच। ते इस करके असीं भी यही कोशिश कीती है कि ये लैन एक बहुत वधिया है। जेकर लोकां नूं चंगा संदेश देना है, चंगा रस्ता बच्चों नूं दसना है, तो इस दे थ्रू भावें तुसीं मंदिर च जाके गाओ, भावें तुसीं गुरुद्वारे च जाके गाओ, भावें किते होर सूफियाना गायकी गाओ, कोई गज़ल गा रहा है, तो जिहड़ा रूट है ना वो क्लासीकल बेस है। जिहड़े लोग जिहड़े बच्चे क्लासीकल बेस नूं मेन रख के शुरुआत उहदे तो करदे हैं, उन्हां दी बहुत लंबी जिंदगी है। तुसीं अज भी देखदे हो जिन्ने भी साडे पुराने हुण लता जी है, पूरे वर्ल्ड दे विच उन्हां दा नाम है। उन्हां दी जिहड़ी बैकग्राउंड जिहड़े सिੱਖੇ ने क्लासीकल सिੱਖੇ ने, अज भी दुनिया उन्हां नूं मंनदी है। पाकिस्तान दी नूर मैडम नूरजहां, उन्हां नूं अज भी दुनिया सुणदी है। रफ़ी साहब नूं अज भी दुनिया सुणदी है। क्यों? ਜਿਹੜੇ ਅੱਜ ਕੱਲ੍ਹ ਦੇ ਗਾਇਕ ਆ ਰਹੇ ਹਨ, ਉਹਦਾ ਇੱਕ ਗਾਣਾ ਚੱਲਦਾ ਹੈ ਮੇਰੇ ਖਿਆਲ ਮਹੀਨਾ ਡੇਢ ਮਹੀਨੇ ਬਾਅਦ ਉਹਨੂੰ ਕੋਈ ਪੁੱਛਦਾ ਨਹੀਂ, ਕਿਉਂਕਿ ਉਹ ਜਿਹੜਾ ਗਾਇਕੀ ਉਹਨਾਂ ਲੋਕਾਂ ਦੀ ਹੈ, ਜਿਹੜੇ ਪੁਰਾਣੇ ਸਾਡੇ ਲੋਕ ਸਨ, ਬਜ਼ੁਰਗ ਸਨ, ਉਹਨਾਂ ਨੇ ਉਸ ਚੀਜ਼ ਨੂੰ ਇੱਕ ਮੁੱਢ, ਇੱਕ ਜੜ੍ਹਾਂ ਦੇ ਨਾਲ ਜੁੜੇ ਹੋਏ ਸਨ। ਉਹ ਪੱਤਿਆਂ ਨਾਲ ਨਹੀਂ ਸੀ ਜੁੜੇ, ਜੜ੍ਹ ਨਾਲ ਜੁੜਦੇ ਸੀ। ਜਿਹੜਾ ਦਰਖਤ ਡੂੰਘਾ ਜਿੰਨਾ ਜਾਏਗਾ ਉਨਾ ਹੀ ਵੱਡਾ ਹੋਏਗਾ। तो ਜਿਹੜੇ ਵਿਚਾਰੇ ਪੱਤਿਆਂ ਨਾਲ ਜੁੜਦੇ ਹਨ, ਪੱਤੇ ਹੁਣ ਬਹਾਰ ਆ ਗਈ ਹੈ, ਕੱਲ੍ਹ ਦੀ ਤੁਸੀਂ ਦੇਖੋ ਵੀ ਕੱਲ੍ਹ ਗਰੀਨਰੀ ਸੀ ਕਿੰਨੀ, ਕੈਲਗਰੀ ਦੇ ਵਿੱਚ ਹੀ ਦੇਖ ਸਕਦੇ ਹੋ। ਅੱਜ ਪੱਤਿਆਂ ਦੇ ਵਿੱਚ ਮੇਰੇ ਖਿਆਲ ਝੜਨੇ ਅੱਜ ਤੋਂ ਸ਼ੁਰੂ ਹੋ ਜਾਣੇ ਨੇ। ਬਸ ਉਹੀ ਚੀਜ਼ ਹੈ ਸੰਗੀਤ ਦੀ ਦੁਨੀਆ ਦੇ ਵਿੱਚ ਵੀ ਇਹੀ ਹੈ ਵੀ ਜਿਹੜੇ ਲੋਕ ਦਰਖਤ ਉੱਦਾਂ ਹੀ ਰਹਿਣਾ, ਪੱਤੇ ਝੜ ਜਾਣੇ ਨੇ, ਦਰਖਤ ਦੀਆਂ ਜੜ੍ਹਾਂ ਲੱਗੀਆਂ ਹੋਈਆਂ ਨੇ। ਅਤੇ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਹੁੰਦਾ ਵੀ ਨਵਾਂ ਮੈਂ ਅੱਜ ਸਿੱਖਣਾ ਸ਼ੁਰੂ ਕੀਤਾ, ਅਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਕੱਲ੍ਹ ਨੂੰ ਸਟਾਰ ਬਣ ਜਾ, ਪੈਸਾ ਕਮਾ ਲਾਂ। इस संगीत की जिहड़ी दुनिया है ये इदां बहुत शॉर्टकट नहीं हैगी, इहदे पिछे बड़ी मेहनत है। उन्हां लोकां दी मेहनत तुसीं हुणे भैन जी रमनीक सिंह दा इंटरव्यू कीता है, तो सवेरे मैं उन्हां नूं सुण रिहा सा, कहंदे मैं 13 साल अपना अमरजीत जी कोलों सिੱਖੀ। हुण 13 साल तुसीं कह दिंदे हो भी 13 साल मैं सिੱਖਿਆ उन्हां दे कोलों, तो लोकी कहणगे यार ये मजाक कर रहे ने, 13 साल सिੱਖਣਾ किसी दे कोलों। एक आपकी स्टडी कर रहे हो, कोई MA कर रहा है, कोई PhD कर रहा है, फिर अलग तौर पर 13 साल तुसीं अपनी जिंदगी दे दिते ने, तो तुसीं उन्होंने जो सामने बह के सुनोगे उन्होंने गायकी का आनंद होर होएगा। ठीक है, उन्होंने अपनी जिंदगी एक दिती है उस चीज़ नूं। उन्होंने समझौता नहीं किया कि मैं अज प्रैक्टिस शुरू की गुरु जी, कल को मैंने कंपटीशन पे जाना है या मैंने वहाँ पे गाना है, आप मेरी प्रैक्टिस करवा दीजिए। नहीं, उन्होंने एक जिंदगी उन्होंने दिती है, तां ही ਅਸੀਂ ਲੋਕ ਉਹਨਾਂ ਨੂੰ ਸੁਣਦੇ ਹਾਂ, ਦੁਬਾਰਾ ਸੁਣਦੇ ਹਾਂ। ਅਤੇ ਇਹ ਇੱਕ ਐਸਾ ਪਿਆਰਾ ਅਤੇ ਐਸਾ ਅੱਛਾ ਰਸਤਾ ਹੈ, ਜੇਕਰ ਤੁਸੀਂ ਇਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਗੁਰੂ ਨਾਨਕ ਇੱਕ ਆਪਣੀ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ, ਮਹਾਰਾਜ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਇਹਨੂੰ ਅਸੀਂ ਇੱਦਾਂ ਵੀ ਕਹਿ ਦਿੰਦੇ ਹਾਂ ਵੀ ਆਪਾਂ ਜੇ ਇੱਕ ਕਦਮ ਗੁਰਦੁਆਰੇ ਵੱਲ ਜਾਈਏ ਤਾਂ 100 ਕਦਮ ਗੁਰੂ ਤੁਹਾਡੇ ਵੱਲ ਆਉਂਦਾ ਹੈ। ਠੀਕ ਹੈ, पर असीं इहनूं दूजे तरीके नाल लैणा है। एक कदम असीं अपने अंदर वाल नूं जाइए तो वाहिगुरू जिहड़ा तुहाडे अंदर बैठा है, जिहड़ा अल्लाह तुहाडे अंदर बैठा है, जिहड़ा राम तुहाडे अंदर बैठा है, वो तुहाडे वाल नूं 1000 कदम आएगा। जदों तुसीं अपने अंदर वड़न की कोशिश करो तो वाहिगुरू तुहाडे अंदरों फिर निकलना शुरू हो जाता है। आपां ट्यूबवैल लवाउने आ, पानी पाउने उत्तों, फिर पानी बाहर आउंदा। जेकर तुसीं जिन्ना मर्जी डूंगा खूह ला लो, अपना बोर कर लो, पानी नहीं बाहर आउंदा। जिन्ना चिर तुसीं उत्तों पानी नहीं पाउंदे, थल्लों धरती चों नहीं आउंदा। यही तरीका है एक जिहड़ा बच्चा अज सिੱਖਣਾ शुरू करेगा तो हौली हौली अज नहीं, कल नहीं, 6 महीने बाद, साल बाद वो बच्चा कुदरती तौर पर
ਧਰੂਵ ਭਗਤ ਦੀ ਤਰ੍ਹਾਂ ਦੁਨੀਆ ਦੇ ਸਾਹਮਣੇ ਚਾਨਣ ਮੁਨਾਰਾ ਬਣੇਗਾ। ਅੱਜ ਅਸੀਂ ਧਰੂਵ ਭਗਤ ਨੂੰ ਯਾਦ ਕਰਦੇ ਹਾਂ। ਤਾਂ ਇਹ ਵੀ ਜਿਹੜੇ ਬੱਚੇ ਨੇ ਸਾਡੇ ਕੱਲ੍ਹ ਦੇ ਧਰੂਵ ਨੇ। ਜੇਕਰ ਤੁਸੀਂ ਇਹਨਾਂ ਨੂੰ ਚੰਗਾ ਰਸਤਾ ਦਿਖਾਉਂਦੇ ਹੋ ਤਾਂ ਅੱਜ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਇਹਨੇ ਮਿਹਨਤ ਕੀਤੀ, ਇਹਨੇ ਆਹ ਕੀਤਾ। ਕਈ ਬੱਚੇ ਐਸੇ ਨੇ ਸਾਡੇ ਇਸੇ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਮਾਂ ਪਿਓ ਨੂੰ ਉਹਨਾਂ ਤੋਂ ਜਾਣਿਆ ਜਾਂਦਾ ਹੈ। ਵੀ ਸਰ ਨਾਲ ਸ਼ਾਇਦ ਜਿਨ੍ਹਾਂ ਨੇ ਰਮਨੀਕ ਸਿੰਘ ਜੀ ਦੇ ਨਾਲ ਹਾਂਜੀ ਉਹਨੂੰ ਆਪਾਂ ਇਹ ਜਾਣਦੇ ਹਾਂ ਕਿ ਜੇ ਉਹਦੇ ਕਹਾਂਗੇ ਆਪਣਾ ਇਹ ਜੋਤੀ ਦੇ ਡੈਡੀ ਨੇ, ਇਹ ਜੋਤੀ ਦੀ ਮੰਮੀ ਹੈ। ਇੱਕ ਆਪਣੇ ਬੱਚਾ ਹੋਰ ਇੱਥੇ ਸਟਾਰ ਪਲੇ ਕਰਦਾ, ਉਹਨੂੰ ਲੋਕ ਜਾਣਦੇ ਨੇ ਕਿ ਇਹਦੇ ਜਿਹੜੇ ਮਾਂ ਪਿਓ ਨੇ ਆਪਣਾ ਦੇਵਾਸ਼ੀਸ਼ ਜੀ ਜਾਂ ਆਯੂਸ਼ ਦੇ ਡੈਡੀ ਨੇ। ਇਹ ਨਹੀਂ ਕਹਿੰਦੇ ਆਯੂਸ਼ ਉਹਨਾਂ ਦਾ ਪੁੱਤਰ ਹੈ, ਕਹਿੰਦੇ ਨੇ ਆਯੂਸ਼ ਦੇ ਡੈਡੀ ਨੇ। ਠੀਕ ਹੈ ਜੀ, ਇਹ ਜਾਣਕਾਰੀ ਹੁੰਦੀ ਹੈ। ਹੋਰ ਵੀ ਬੜੇ ਬੱਚੇ ਨੇ। ਇੱਕ ਸਾਡੀ ਇੱਥੇ ਬੱਚੀ ਹੋਰ ਹੈ, ਉਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਜਦੋਂ ਵੀ ਮਤਲਬ ਗੱਲਬਾਤ ਕਰਨੀ, ਜਦੋਂ ਉਹਨਾਂ ਨੇ ਕਿਤੇ ਗਾਣ ਜਾਣਾ, ਉਹ ਬੱਚੀ ਦੇ ਮਤਲਬ ਹਿਰਦੇ ਵਿੱਚ, ਉਹਦੇ ਕੰਠ ਦੇ ਵਿੱਚ ਬੜੀ ਰੱਬ ਦੀ ਸਰਸਵਤੀ ਵੱਸਦੀ ਸੀ। ਉਹਨੇ ਜਦੋਂ ਵੀ ਕਿਤੇ ਜਾਣਾ ਤਾਂ ਜਦੋਂ ਇੰਟਰੋਡਕਸ਼ਨ ਹੋਣੀ ਨਾ ਕਿਤੇ ਵੀ, ਤਾਂ ਉਹਨੇ ਅਸੀਂ ਖੁਦ ਕਹਿੰਦੇ ਰਹੇ ਇਹ ਸਾਨਕਾ ਕੇ ਡੈਡੀ ਹੈ। ਠੀਕ ਹੈ ਨਾ। ਇਸ ਕਰਕੇ ਬੱਚਾ ਇੱਦਾਂ ਦਾ ਬਣ ਸਕਦਾ ਹੈ। ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਕਹਿ ਦਿੰਦੇ ਬੱਚਾ ਇਹ ਨਹੀਂ ਕਰ ਸਕਦਾ, ਬੱਚਾ ਉਹ ਨਹੀਂ ਕਰ ਸਕਦਾ, ਸਾਡਾ ਬੱਚਾ ਤਾਂ ਇਸ ਪਾਸੇ ਨਹੀਂ। ਤੁਸੀਂ ਕੋਸ਼ਿਸ਼ ਕਰੋ, ਬੱਚੇ ਨੂੰ ਲੈ ਕੇ ਜਾਓ ਚੰਗੇ ਰਸਤੇ 'ਤੇ, ਬੱਚਾ ਤੁਹਾਡੇ ਵੱਲ ਆਏਗਾ। ਹਾਂ, ਅਸੀਂ ਇਹ ਵੀ ਨਹੀਂ ਕਹਿੰਦੇ ਕਿ ਬੱਚੇ ਨੂੰ ਫੋਰਸ ਕਰੋ, ਕਦੇ ਵੀ ਨਹੀਂ। ਜਿੰਨੇ ਵੀ ਬੱਚੇ ਸਾਡੇ ਕੋਲ ਆਉਂਦੇ ਨੇ ਉਹਨਾਂ ਦੇ ਮਾਂ ਪਿਓ ਖੁਦ ਕਹਿੰਦੇ ਨੇ ਕਿ वो बच्चा अब नहीं आ रहा क्लास में। ठीक है ना। जिन्हें गुजराती या मराठी बच्चे वो कहता है कि मैं बहुत बिजी हूँ, पर असी भी थोड़ा जिहा हौसला रखीदा, असी ये कोशिश करी दी है कोई गल नहीं। उन्होंने कॉन्टैक्ट मैं जारी रखदा। मेरी शुरू तो आदत है कि जिहड़ा बच्चा इधर नूं आउणा है उहदे माँ प्यो नूं मैं फ़ोन कर करके कहंदा रहना। वो एक ना एक दिन ऐसा चक्कर चलता है तो खुद मैनू फ़ोन करके कहंदे ने हरजीत भाई भी हम लोग बेटा कह रहा है कि मैंने सीखना है जाके। हुणे तुहानूं पिछले हफ्ते की गल दसदा कि इत्थे कोई साडे कोई भाई साहब आउंदे ने तो पिछले हफ्ते वो आए तो अपने बेटे नूं नाल लैके आए तो कहते भी बेटा तो कहता कि मैं सीखूँगा। हाँ जी। तो जदों साडे कोल इत्थे आया तो बेचारा संग गया, बच्चा छोटा सी संग गया, इत्थे बैठा सी तो वो कहते चलो ये नहीं सीखता, चल मैनू सिखाओ। मैं उन्होंने सिखाना शुरू कर दिता। तो जदों उन्होंने सिखाना शुरू किया तो मैं एक दो पिक्चरां लईआं उन्हां दियां। तो घर जाके अपने डैडी नूं कहंदा भी डैडी मेरे को भी लेके जाना साथ कल को। तो वो तो अंकल बहुत अच्छे हैं, उन्होंने क्या किया कि आपकी पिक्चर ली, मेरी तो ली नहीं। हाँ जी। तो जदों इदां दी आदत बच्चे नूं होई, हुण कल फिर फोन आया उन्हों दा भी भाजी भी जो हमारा बच्चा था ना भाई साहब, तो वो कह रहा है कि मैंने नेक्स्ट टाइम आपके साथ जाना है, भी सैटरडे को आना है। मैं फिर उन्होंने दस्सिया, मैं कहा भी सैटरडे साडी फ्राइडे क्लास नहीं है इस वीक, तुसीं नैक्सट वीक आना। ये चक्कर होंदा भी जदों तुसीं हौली हौली प्रेरणा करो बच्चे नूं, जदों तुसीं प्रेरणा करोगे तो रब ऐसी मेहर करेगा, एक ना एक दिन उस रस्ते ते आ जाता है। ਤਰ੍ਹਾਂ ਤੁਸੀਂ ਦੱਸਿਆ ਕਿ ਅਲੱਗ-ਅਲੱਗ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਤੋਂ ਬੱਚੇ ਤੁਹਾਡੇ ਕੋਲ ਇੱਥੇ ਆਉਂਦੇ ਆ। ਹੋਰ ਕਿਹੜੀਆਂ ਕਮਿਊਨਿਟੀਜ਼ ਤੋਂ ਬੱਚੇ ਆਉਂਦੇ ਜੀ? ਤਕਰੀਬਨ ਸਾਡੇ ਕੋਲ ਜਿਹੜੀ ਸਾਡੀ ਸਭ ਤੋਂ ਪਹਿਲੀ ਕਲਾਸ ਸੰਡੇ ਦੀ ਹੁੰਦੀ ਹੈ ਉਹ ਇੱਕ ਕੈਨੇਡੀਅਨ ਤੋਂ ਸ਼ੁਰੂ ਹੁੰਦੀ ਹੈ। ਹਾਂਜੀ। तो ऐसा पक्का है भी ਜਦੋਂ ਉਹਨੇ ਆਪਣੀ ਕਲਾਸ 'ਚ ਆ ਜਾਣਾ ਜਾਂ ਉਹਦੀ ਜ਼ਿੰਦਗੀ ਦਾ ਇੱਕ ਬੜਾ ਵਧੀਆ ਤਰੀਕਾ ਹੈ। ਉਹ ਕਹਿੰਦਾ ਵੀ ਜਦੋਂ ਮੈਂ ਆਪਣੇ ਘਰ ਤੋਂ ਚੱਲਦਾ ਨਾ, ਮੈਂ ਕਲਾਸ ਕਰਨ ਜਾਣਾ, ਖੁਦ ਕਹਿੰਦਾ ਮੇਰਾ फ़ोन ਬੰਦ। ਕਹਿੰਦਾ ਮੈਂ ਪੱਕਾ ਰੱਖਿਆ ਵੀ फ़ोन ਨਹੀਂ ਚੱਕਣਾ ਕਿਸੇ ਦਾ, ਭਾਵੇਂ ਕਹਿੰਦਾ ਮੇਰੇ ਬੌਸ ਦਾ ਆ ਜਾਏ, ਜਿਹਦਾ ਮਰਜ਼ੀ ਆ ਜਾਏ, ਸਿੱਖਣ ਆਉਂਦਾ ਉਹ। ਫਿਰ ਜਦੋਂ ਜਿੰਨਾ ਚਿਰ ਉਹਨੇ ਸਿੱਖਣਾ ਕੋਈ ਫਾਲਤੂ ਗੱਲ ਨਹੀਂ, ਕੋਈ ਟਾਈਮ ਨਹੀਂ, ਬਸ ਸਿੱਖਣ 'ਤੇ ਉਹਦਾ ਵੀ ਹੈਗਾ ਵੀ ਮੈਂ ਸਿੱਖਣਾ ਹੈ। ਅਤੇ ਉਹ ਸਭ ਤੋਂ ਪਹਿਲੀ ਕਲਾਸ ਸਾਡੀ ਸੰਡੇ ਦੀ ਜਿਹੜੀ ਹੈ ਕੈਨੇਡੀਅਨ ਤੋਂ ਹੀ ਸ਼ੁਰੂ ਹੁੰਦੀ ਹੈ। ਫਿਰ ਉਸ ਤੋਂ ਬਾਅਦ ਤਕਰੀਬਨ 10 ਤੋਂ ਲੈ ਕੇ 2 ਵਜੇ ਤੱਕ ਅਫਗਾਨੀ ਮੁੰਡੇ ਨੇ 3-4, ਉਹ ਬੜੇ ਪੱਕੇ ਨੇ, ਉਹਨਾਂ ਨੇ ਆਉਣਾ ਹੀ, ਅਸੀਂ ਹੋਈਏ ਚਾਹੇ ਨਾ ਹੋਈਏ, ਉਹ ਆ ਕੇ ਇੱਦਾਂ ਸਿੱਖਦੇ ਨੇ, ਬੜਾ ਸ਼ੌਂਕ ਹੈ ਉਹਨਾਂ ਨੂੰ। ਫਿਰ ਤਕਰੀਬਨ ਸਾਡੇ ਜਿਹੜਾ 2 ਤੋਂ ਸ਼ਾਮ ਤੱਕ ਦਾ ਪ੍ਰੋਗਰਾਮ ਹੁੰਦਾ 5 ਵਜੇ ਤੱਕ, ਉਹ ਬੱਚਿਆਂ ਦਾ ਹੁੰਦਾ ਹੈ। ਆਪਣੇ ਬੱਚੇ ਜਿਹਦੇ 'ਚ ਗੁਜਰਾਤੀ, ਮਰਾਠੀ, ਬੰਗਾਲੀ ਜਿੰਨੇ ਵੀ ਬੱਚੇ ਨੇ ਉਹ ਆਉਂਦੇ ਨੇ ਸਿੱਖਣ ਵਾਸਤੇ। ਫਿਰ ਸ਼ਾਮ ਨੂੰ ਅਸੀਂ ਥੋੜ੍ਹੀ ਜਿਹੀ ਇੱਥੇ ਬੈਠਕ ਕਰ ਲੈਂਦੇ ਹਾਂ। ਜਿਹਨੇ ਕੋਈ ਗਜ਼ਲ ਗਾਉਣੀ ਹੈ ਜਾਂ ਭਜਨ ਗਾਉਣਾ ਹੈ ਜਾਂ ਇੱਦਾਂ ਦੇ ਬੱਚੇ ਜਿਨ੍ਹਾਂ ਨੇ ਆਪਣਾ ਪੰਜਾਬੀ ਦਾ ਕੋਈ ਗੀਤ ਗਾਉਣਾ ਹੈ, ਤਾਂ ਸਾਡਾ ਖੁੱਲ੍ਹਾ ਸੱਦਾ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਪ੍ਰੈਕਟਿਸ ਕਰਨਾ ਚਾਹੁੰਦੇ ਆ, ਗੱਲਾਂ ਮਾਰਨ ਵਾਸਤੇ ਨਹੀਂ। ਕਈ ਹੁੰਦੇ ਨੇ ਵੀ ਚਲੋ ਅਸੀਂ ਚੱਲ ਉੱਥੇ ਟਾਈਮ ਪਾਸ ਕਰਨ ਵਾਸਤੇ ਨਹੀਂ।
ਤੁਸੀਂ ਇੱਥੇ ਉਹਨਾਂ ਸਾਰੇ ਵੀ ਜਿੰਨੇ ਵੀ ਵੀਰ ਕੋਈ ਵੀ ਪ੍ਰੈਕਟਿਸ ਕਰਨੀ ਚਾਹੁੰਦਾ ਹੈ ਗਾਣੇ ਦੀ ਇੰਸਟਰੂਮੈਂਟ ਦੀ, ਸਾਡਾ ਖੁੱਲ੍ਹਾ ਸੱਦਾ ਹੈ ਕਿ ਇੱਥੇ ਆਉਣ ਪ੍ਰੈਕਟਿਸ ਕਰਨ। ਇਸ ਵਾਸਤੇ ਬਣਾਇਆ ਉਹਨਾਂ ਲਈ। ਅਤੇ ਇਸ ਕਰਕੇ ਫਿਰ ਸਾਡਾ ਉਹਦੇ 'ਚ ਮਤਲਬ ਹਰ ਧਰਮ ਦਾ ਹੀ ਬੱਚਾ ਸਾਡੇ ਕੋਲ ਆ ਕੇ ਸਿੱਖ ਰਿਹਾ। ਅਤੇ ਤੁਸੀਂ ਇਹ ਕਿਸ ਤਰ੍ਹਾਂ ਮੈਨੇਜ ਕਿੱਦਾਂ ਕਰਦੇ ਹੋ ਆਪਣਾ ਕੰਮ ਵੀ ਕਰਨਾ ਔਰ ਨਾਲ ਬੱਚਿਆਂ ਨੂੰ ਸਿਖਾਉਣਾ ਵੀ? ਹਾਂਜੀ, ਇਹ ਵੀ ਤੁਹਾਡਾ ਸਵਾਲ ਬਹੁਤ ਵਧੀਆ ਜੀ। ਅਤੇ ਇਹਦੇ 'ਚ ਇਸ ਤਰ੍ਹਾਂ ਜੀ, ਮੈਂ ਵੀ ਸਵੇਰੇ ਤਕਰੀਬਨ ਮੰਡੇ ਟੂ ਫਰਾਈਡੇ ਕੰਮ ਕਰਦਾ, ਅਤੇ ਕਈ ਵਾਰੀ ਸੈਚਰਡੇ ਸੰਡੇ ਵੀ ਕੰਮ ਹੁੰਦਾ। ਅਤੇ ਉਹਦੇ ਵਿੱਚ ਹੁਣ ਇੱਦਾਂ ਵੀ ਕਈ ਵਾਰੀ ਕਈ ਹੁੰਦੇ ਨਾ ਜਿਨ੍ਹਾਂ ਨੂੰ ਕੁਛ ਬਿਮਾਰੀ ਲੱਗ ਜਾਂਦੀ ਹੈ। ਹੁਣ ਮੈਨੂੰ ਵੀ ਬਿਮਾਰੀ ਲੱਗ ਗਈ ਇੱਦਾਂ ਦੀ ਵੀ ਜਿੰਨਾ ਚਿਰ ਬੱਚਿਆਂ ਨੂੰ ਸਿਖਾ ਨਹੀਂ ਲੈਣਾ ਤਾਂ ਮੈਨੂੰ ਵੀ ਇੱਦਾਂ ਲੱਗਦਾ ਵੀ ਜਿੱਦਾਂ ਸਾਰਾ ਦਿਨ ਹੀ ਖਰਾਬ ਹੋ ਗਿਆ। ਅੱਜ ਰਾਤ ਨੂੰ ਵੀ ਉੱਠ ਕੇ ਫਿਰ ਦਿਮਾਗ 'ਚ ਇਹੀ ਚੱਕਰ ਚੱਲਦਾ ਰਹਿੰਦਾ। ਉਹ ਕਈ ਵਾਰੀ ਸਾਡੇ ਭਾਈ ਸਾਹਿਬ ਬੈਠੇ ਨੇ, ਸਾਡੇ ਮੁਸ਼ਤਾਕ ਭਾਈ ਸਾਹਿਬ, ਜਦੋਂ ਅਸੀਂ ਸਕੂਲ ਸ਼ੁਰੂ ਕੀਤਾ ਸੀ, ਇਹ ਸਾਡੇ ਪਹਿਲੇ ਮਿੱਤਰ ਨੇ ਸਕੂਲ ਦੇ ਵਿੱਚ, ਇਹ ਵੀ ਪੁੱਛ ਕਰਦੇ ਰਹਿੰਦੇ ਨੇ। ਹੋਰ ਵੀ ਜਿੰਨੇ ਵੀ ਸਾਡੇ ਇੱਥੇ ਸਾਡਾ ਪਰਿਵਾਰ, ਬੱਚੇ, ਹੋਰ ਵੀ ਜਿੰਨੇ ਸਾਡੇ ਸੱਜਣ ਮਿੱਤਰ ਅਸੀਂ ਇੱਥੇ ਰਹਿੰਦੇ ਹਾਂ, ਉਹ ਸਾਰੇ ਹੀ ਇਸ ਚੀਜ਼ ਦੇ। ਫਿਰ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਤੁਹਾਡੀ ਜਿਹੜੀ ਬਚਪਨ ਦਾ ਤੁਹਾਡਾ ਆਪਣਾ ਹੈ ਨਾ ਸਿਸਟਮ, ਉਹ ਇਸ ਤਰ੍ਹਾਂ ਦਾ ਕਿ ਬਚਪਨ ਤੋਂ ਤੁਸੀਂ ਇਸ ਲੈਣ 'ਚ ਹੋ। ਸਾਡੇ ਗੁਰੂਆਂ ਨੇ ਜਦੋਂ ਸਾਨੂੰ ਸਿਖਾਇਆ, ਉਹਨਾਂ ਨੇ ਵੀ ਮਤਲਬ ਉਹਨਾਂ ਦੇ ਮਨ 'ਚ ਇਹੀ ਸੀਗਾ ਕਿ ਬੱਚੇ ਨੂੰ ਸਿੱਖਣਾ ਚਾਹੀਦਾ। ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚੋਂ ਮੈਂ ਉਹਨਾਂ ਦਾ, ਸਾਡੇ ਉਸਤਾਦ ਜੀ ਦਾ ਸ਼ਾਗਿਰਦ ਬਣਿਆ। ਫਿਰ 1 ਬਣਿਆ, 2 ਬਣੇ, 4 ਬਣੇ, ਫਿਰ ਤਾਂ ਸੈਂਕੜਿਆਂ ਦੀ ਗਿਣਤੀ 'ਚ 3-4 ਤਾਂ ਸਾਡੇ ਕੋਲ ਸਾਹਮਣੇ ਇੱਥੇ ਹੀ ਖੜ੍ਹੇ ਨੇ। ਇਹ ਅਸੀਂ ਜਿੱਥੇ ਅਸੀਂ ਰਿਸ਼ਤੇਦਾਰ ਜਾਂ ਇੱਦਾਂ ਦਾ ਰਿਸ਼ਤਾ ਵੀ ਹੈ ਸਾਡਾ, ਅਸੀਂ ਗੁਰ ਭਾਈ ਵੀ ਹਾਂ, ਇੱਕੇ ਗੁਰੂ ਤੋਂ ਅਸੀਂ ਪਿੱਛੋਂ ਬੈਕਗਰਾਊਂਡ ਤੋਂ ਸਿੱਖਿਆ। ਅਤੇ ਇਸ ਕਰਕੇ ਉਹ ਨਾ ਆਦਤ ਬਣ ਜਾਂਦੀ ਹੈ। ਹੁਣ ਤੁਹਾਨੂੰ ਰਿਕਾਰਡਿੰਗ ਕਰਨ ਦੀ ਆਦਤ ਹੈ, ਠੀਕ ਹੈ ਨਾ, ਤਾਂ ਤੁਸੀਂ ਤੁਹਾਡੀ ਕੋਸ਼ਿਸ਼ ਹੁੰਦੀ ਹੈ ਜਿੱਥੇ ਚੰਗੇ ਤੋਂ ਚੰਗਾ ਕੋਈ ਪ੍ਰੋਗਰਾਮ ਹੋ ਰਿਹਾ ਅਸੀਂ ਰਿਕਾਰਡ ਕਰਕੇ ਲੋਕਾਂ ਨੂੰ ਦਿਖਾਈਏ। ਕਿਉਂ? ਇੱਕ ਆਦਤ ਹੁੰਦੀ, ਇੱਕ ਤਾਂ ਹੁੰਦਾ ਟਾਈਮ ਪਾਸ ਕਰਨਾ, ਕੰਮ ਕਰਨਾ, ਇੱਕ ਹੁੰਦਾ ਤੁਹਾਡਾ ਪੈਸ਼ਨ ਵੀ ਤੁਹਾਡਾ ਚਸਕਾ ਵੀ ਅਸੀਂ ਕੰਮ ਇਹ ਕਰਨਾ ਹੈ। ਤਾਂ ਉੱਥੇ ਫਿਰ ਤੁਸੀਂ ਥੱਕੇ ਹੋਵੋ ਅਤੇ ਤੁਸੀਂ ਜਿੰਨੇ ਮਰਜ਼ੀ ਕੰਮ ਹੋਣ ਉਹ ਫਿਰ ਹੋ ਜਾਂਦਾ ਹੈ। ਉਹ ਵਾਹਿਗੁਰੂ ਆਪ ਕਰਵਾ ਲੈਂਦਾ ਵੀ ਚੱਲ ਵੀ ਹਰਜੀਤ ਸਿੰਘ ਹੁਣ ਕਰ, ਜਾਂ ਚੱਲ ਤੁਹਾਡਾ ਜਿੱਦਾਂ ਚਲੋ ਜੀ ਪਰਮਿੰਦਰ ਸਿੰਘ ਜੀ ਹੁਣ ਇਹ ਆਪਾਂ ਇਹ ਕੰਮ ਕਰਨਾ, ਚੱਕਦੇ ਟੀਵੀ ਨੂੰ, ਵੀ ਚੱਕਦੇ ਟੀਵੀ ਚੱਲ ਕੇ ਚੱਲ ਵੀ ਉੱਥੋਂ ਚੱਲ ਕੇ ਰਿਕਾਰਡਿੰਗ ਕਰਨੀ ਹੈ, ਫਿਰ ਚੱਕਦੇ ਹੋ ਜਾਂਦੀ ਹੈ। ਬਿਲਕੁਲ ਜੀ। ਸੋ ਪਰਿਵਾਰਕ ਜਿਹੜੀ ਸਪੋਰਟ ਆ ਤੁਹਾਨੂੰ ਉਹ ਕਿੰਨੀ ਕੁ ਹੈਗੀ ਇੱਥੇ? ਉਹ ਪਰਿਵਾਰਕ ਸਪੋਰਟ ਇੰਨੀ ਹੈ ਜੀ, ਜਿੱਦਾਂ ਆਪਾਂ ਕਹਿ ਸਕੀਏ ਵੀ ਜਿੱਥੇ ਮੈਨੂੰ ਇੱਦਾਂ ਦੀ ਆਦਤ ਹੈ ਬੱਚਿਆਂ ਨੂੰ ਸਿਖਾਉਣ ਦੀ, ਉੱਥੇ ਨਾਲ ਸਾਡੀ ਧਰਮ ਪਤਨੀ ਜੀ ਸਾਡੇ ਸਾਹਮਣੇ ਬੈਠੇ ਨੇ, ਤਾਂ ਉਹ ਵੀ ਸੇਵਾ ਨਾਲ ਕਰਦੇ ਨੇ। ਫਿਰ ਜਿੰਨੇ ਵੀ ਸਪੋਰਟਰ ਨੇ ਨਾ ਸਾਡੇ ਬੱਚੇ ਵੀ, ਬੜੀ ਰੱਬ ਦੀ ਮਿਹਰ ਹੈ। ਬੱਚੇ ਹੀ ਨਹੀਂ, ਮਤਲਬ ਜਿੰਨਾ ਵੀ ਸਾਡਾ ਆਲਾ ਦੁਆਲਾ ਹੈ, ਮਤਲਬ ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਨੇਬਰ ਵੀ, ਇਹ ਵੀ ਬੜੀ ਵੱਡੀ ਪ੍ਰੋਬਲਮ ਹੈ ਵੀ ਘਰ 'ਚ ਤੁਹਾਡੇ ਡਰਮ ਤਬਲੇ ਵੱਜਦੇ ਹੁਣ, ਤਾਂ ਤੁਹਾਡੇ ਨੇਬਰ ਵਿਚਾਰੇ ਕੁਛ ਨਾ ਕਹਿਣ ਤੈਨੂੰ, ਸਭ ਤੋਂ ਵੱਡੀ ਸਪੋਰਟ ਉਹਨਾਂ ਦੀ ਵੀ ਹੈ, ਠੀਕ ਹੈ ਨਾ। ਅਤੇ ਇਸ ਕਰਕੇ ਇਹ ਇੱਕ ਇਹੋ ਜਿਹਾ ਸਿਸਟਮ ਹੈ ਵੀ ਬਿਨਾਂ ਘਰ ਦੀ ਸਪੋਰਟ ਤੋਂ ਨਹੀਂ ਚੱਲ ਸਕਦਾ। ਅਤੇ ਉਹ ਘਰ ਦੀ ਸਪੋਰਟ ਸਾਨੂੰ ਹੱਦ ਤੋਂ ਜ਼ਿਆਦਾ ਹੈ, ਠੀਕ ਹੈ ਨਾ। ਅਤੇ ਇਸ ਕਰਕੇ ਰੱਬ ਦੀ ਮਿਹਰ ਹੈ ਸਾਡੇ ਪਰਿਵਾਰ ਦੀ। ਅਤੇ ਇੱਥੋਂ ਤੱਕ ਕਿ ਮੇਰੇ ਖਿਆਲ ਇੰਡੀਆ ਮੈਂ 6 ਮਹੀਨੇ ਫ਼ੋਨ ਨਹੀਂ ਕਰਦਾ, ਚੱਕਰ ਇਹ ਚੱਲ ਰਿਹਾ ਦਿਮਾਗ 'ਚ ਹਰ ਵੇਲੇ ਹੀ ਹੁੰਦਾ ਸਰਵ ਅਕਾਲ ਮਿਊਜ਼ਿਕ ਸਕੂਲ ਨੂੰ ਆਪਾਂ ਆਹ ਕਰਨਾ ਹੈ। ਇੱਥੇ ਮੇਰਾ ਫ਼ੋਨ ਚੱਲਦਾ ਰਹਿੰਦਾ ਹੈ। ਹਾਂਜੀ, ਅਤੇ ਇੰਡੀਆ ਨਹੀਂ, ਉਹ ਵੀ ਇੱਕ ਸਪੋਰਟ ਹੈ ਸਾਨੂੰ। ਹੁਣ ਜਦੋਂ ਵੀ ਕੋਈ ਕੰਮ ਅਸੀਂ ਇੰਡੀਆ ਫ਼ੋਨ ਕਰਕੇ ਸਾਨੂੰ ਇੰਸਟਰੂਮੈਂਟ ਚਾਹੀਦੇ ਨੇ, ਫ਼ੋਨ ਕਰੀਦੇ ਉੱਥੋਂ, ਹਾਂਜੀ ਭਾਅ ਜੀ ਆ ਰਹੇ ਨੇ, ਇਹ ਵੀ ਸਪੋਰਟ ਹੈ। ਅਤੇ ਸਾਡੇ ਸੱਜਣ ਮਿੱਤਰ ਨੇ, ਜਿੱਦਾਂ ਹੁਣ ਅੱਜ ਆਪਣਾ ਪ੍ਰੋਗਰਾਮ ਆ ਰਿਹਾ 19 ਤਰੀਕ ਨੂੰ, ਉਹਦੇ ਵਿੱਚ ਸਾਡੇ ਇੰਨੇ ਸੱਜਣਾ ਮਿੱਤਰਾਂ ਦਾ ਸਪੋਰਟ ਮਿਲ ਰਹੀ ਹੈ ਨਾ। ਅੱਗੇ ਮੈਨੂੰ ਆਪ ਕਹਿਣਾ ਪੈਂਦਾ ਸੀ, ਆਪ ਕਰਨਾ ਪੈਂਦਾ ਸੀ, ਹੁਣ ਇਹ ਮੈਨੂੰ ਪੁਸ਼ ਕਰਦੇ ਨੇ ਵੀ ਕੰਮ ਕਰਨਾ ਹੈ ਆਪਾਂ। ਇਸ ਕਰਕੇ ਇਹ ਜਿਹੜਾ ਸਿਸਟਮ ਬਣ ਜਾਂਦਾ ਨਾ ਜਦੋਂ, ਇਹ ਹੁਣ ਮੇਰਾ ਨਹੀਂ ਰਹਿ ਗਿਆ। ਸ਼ੁਰੂਆਤ ਠੀਕ ਹੈ ਕਿ ਉਹ ਵਾਹਿਗੁਰੂ ਨੇ ਕਿਸੇ ਦੇ ਥਰੂ ਕਰਨੀ ਸੀ, ਇਹ ਹੁਣ ਮੇਰਾ ਨਹੀਂ ਰਹਿ ਗਿਆ, ਹੁਣ ਇਹ ਸਾਰਿਆਂ ਦਾ ਬਣ ਗਿਆ। ਹੁਣ ਇਹਨਾਂ ਨੂੰ ਆਪ ਨੂੰ ਫਿਕਰ ਹੈ ਕਿ ਅਸੀਂ ਇਹ ਕੰਮ ਕਰਨਾ ਹੈ। ਜੀ ਬਹੁਤ ਵਧੀਆ ਉਦਮ ਲੈ ਕੇ ਚੱਲੇ ਹੋ, ਜ਼ਰੂਰ ਚੱਲਣਗੇ ਜੀ ਪ੍ਰੋਗਰਾਮ ਇਹ। ਅਤੇ ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਜਿਹੜਾ ਪ੍ਰੋਗਰਾਮ ਜਿਹੜਾ ਹੈ ਇੱਦਾਂ ਦਾ ਕਰ ਚੁੱਕੇ ਹੋ, ਅਤੇ ਉਹ ਵੀ ਕਾਫੀ ਸਫਲ ਗਿਆ। ਔਰ ਅਸੀਂ ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਹਾਸਲ ਕਰੀਏ ਜੀ। ਉਹ ਪ੍ਰੋਗਰਾਮ ਕਦੋਂ ਹੋਇਆ ਸੀ ਅਤੇ ਕਿੱਦਾਂ, ਕੌਣ ਉੱਥੇ ਪਹੁੰਚੇ ਸੀ? ਹਾਂਜੀ, ਅਸੀਂ ਇਹ ਸ਼ੁਰੂਆਤ ਕੀਤੀ ਸੀ 2012 ਦੇ ਵਿੱਚ, ਅਤੇ ਸਾਡੀ ਸਭ ਤੋਂ ਪਹਿਲੀ ਮਿਊਜ਼ੀਕਲ ਜਰਨੀ ਸੀ 2012 ਦੇ ਵਿੱਚ। ਇਹ ਜਰਨੀ ਸੀ ਤਬਲਾ ਸੋਲੋ ਅਤੇ ਕਲਾਸੀਕਲ ਵੋਕਲ ਦੀ। ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਏ ਸੀ ਪੰਡਤ ਸਮਰ ਸਾਹਾ ਜੀ,
ਤੇ ਸਾਡੀ ਥੋੜ੍ਹੀ ਜਿਹੀ ਕੋਸ਼ਿਸ਼ ਇਸ ਤਰ੍ਹਾਂ ਦੀ ਹੁੰਦੀ ਕਿ ਜਿਹੜੇ ਸਾਡੇ ਕੋਲ ਟੀਚਰ ਜਾਂ ਜਿਹੜੇ ਸਾਡੇ ਕੋਲ ਮਾਸਟਰ ਜਾਂ ਜਿਹੜੇ ਸਾਡੇ ਕੋਲ ਉਸਤਾਦ ਆਉਣ ਉਹ ਇਸ ਤਰ੍ਹਾਂ ਦੇ ਹੋਣ ਕਿ ਉਹਨਾਂ ਨੂੰ ਇੱਕ ਲਾਲਚ ਹੋਵੇ ਕਿ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ। ਇਹ ਨਹੀਂ ਵੀ ਆਏ ਕੈਲਗਰੀ ਗਏ ਪ੍ਰੋਗਰਾਮ ਕੀਤਾ ਅਤੇ ਮਾਇਆ ਲਈ ਅਤੇ ਚਲੇ ਗਏ, ਨਹੀਂ। ਸਾਡੀ ਕੋਸ਼ਿਸ਼ ਹੈ ਕਿ ਉਹ ਲੋਕ ਸਾਡੇ ਕੋਲ ਆਉਣ ਜਿਨ੍ਹਾਂ ਨੂੰ ਇੱਕ ਲਾਲਚ ਹੈ ਕਿ ਮੈਂ ਬੱਚੇ ਨੂੰ ਸਿਖਾਉਣਾ ਹੈ। ਉਹ ਇੱਥੇ ਆ ਕੇ 2 ਦਿਨ ਸਾਡੇ ਕੋਲ ਰਹਿਣ। ਜਿੱਦਾਂ ਹੁਣ ਕੱਲ੍ਹ ਦਾ ਸਾਡਾ ਸਰਕਲ ਚੱਲ ਰਿਹਾ ਇਸ ਪ੍ਰੋਗਰਾਮ ਦਾ ਵੀ ਇਸੇ ਤਰ੍ਹਾਂ 2012 'ਚ ਹੋਇਆ ਸੀ। ਉਦੋਂ ਪ੍ਰੋਗਰਾਮ ਵੀ ਹੋਇਆ ਸੀ ਅਤੇ ਪ੍ਰੋਗਰਾਮ ਤੋਂ 2 ਦਿਨ ਪਹਿਲਾਂ ਤਬਲੇ ਦੀ ਵਰਕਸ਼ਾਪ ਹੋਈ ਸੀ। ਉਹ ਵਰਕਸ਼ਾਪ ਨੇ ਕੀ ਕੀਤਾ ਕਿ ਬੱਚਿਆਂ ਦੇ ਵਿੱਚ ਇੱਕ ਇੰਨਾ ਸੋਹਣਾ ਮਤਲਬ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਕਿ ਬੱਚਿਆਂ ਨੂੰ ਟ੍ਰੇਨਡ ਕਰਕੇ ਤਾਂ ਸਟੇਜ 'ਤੇ ਪਰਫੋਰਮੈਂਸ ਕਰਾਇਆ ਜਾਏ। ਸਭ ਤੋਂ ਪਹਿਲੀ ਵਾਰੀ ਸਾਡੇ ਸਕੂਲ ਦੇ ਬੱਚਿਆਂ ਨੇ ਪਰਫੋਰਮੈਂਸ ਕੀਤਾ ਸੀ ਉਸ ਪ੍ਰੋਗਰਾਮ ਦੇ ਵਿੱਚ। ਤਾਂ ਬੜਾ ਹੀ ਸਾਰੇ ਲੋਕਾਂ ਨੇ ਚੰਗਾ ਉਸ ਨੂੰ ਕਿਹਾ ਕਿ ਬੜਾ ਅੱਛਾ ਉਦਮ ਹੈ। ਛੋਟੇ ਛੋਟੇ ਬੱਚਿਆਂ ਨੇ ਉਹਦੇ ਵਿੱਚ ਤਬਲਾ ਵਜਾਇਆ। ਅਤੇ ਉਸ ਤੋਂ ਬਾਅਦ ਫਿਰ ਸਾਡਾ ਪ੍ਰੋਗਰਾਮ ਹੋਇਆ ਸੀ 2013 ਦੇ ਵਿੱਚ। 2013 ਦਾ ਪ੍ਰੋਗਰਾਮ ਸੀ ਜਿਹੜਾ ਸਾਡੇ ਵਾਸਤੇ ਬਹੁਤ ਵੱਡਾ ਕੰਮ ਕਰ ਗਿਆ ਕਿ ਜਿਹੜੀ ਚੀਜ਼ ਅਸੀਂ ਕੋਸ਼ਿਸ਼ ਕੀਤੀ ਸੀ ਉਹ ਕੋਸ਼ਿਸ਼ ਸਾਡੀ ਸਫਲ ਹੋਈ। ਉਸ ਪ੍ਰੋਗਰਾਮ ਦੇ ਵਿੱਚ ਹਿੰਦੁਸਤਾਨ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਹਸਤੀ ਸੀ ਕਲਾਸੀਕਲ ਵੋਕਲ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ, ਪੰਡਿਤ ਯਸ਼ਪਾਲ ਜੀ। ਉਹ ਆਏ ਤਾਂ ਉਹਨਾਂ ਨੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਪਰਫੋਰਮੈਂਸ ਦਿੱਤੀ। ਅਤੇ ਉਸੇ ਪਰਫੋਰਮੈਂਸ ਦੇ ਵਿੱਚ ਉਹਨਾਂ ਤੋਂ ਪਹਿਲਾਂ ਸਾਡੇ ਹੀ ਸ਼ਹਿਰ ਕੈਲਗਰੀ ਸ਼ਹਿਰ ਦਾ ਬੱਚਾ ਆਯੂਸ਼ ਘੋਸ਼ ਉਹਨੇ ਸਿਤਾਰ ਵਾਦਨ ਕੀਤਾ ਸੀ। ਅਤੇ ਉਸ ਸਿਤਾਰ ਵਾਦਨ ਨੇ ਅਤੇ ਕੈਲਗਰੀ ਦੇ ਜਿੰਨੇ ਵੀ ਕਲਾਸੀਕਲ ਨੂੰ ਪਿਆਰ ਕਰਨ ਵਾਲੇ ਕਲਾਸੀਕਲ ਨੂੰ ਸੁਣਨ ਵਾਲੇ ਸਨ ਉਹਨਾਂ ਨੂੰ ਇੱਕ ਲਾਲਚ ਦੇ ਦਿੱਤਾ ਕਿ ਅਗਲੇ ਸਾਲ ਫਿਰ ਇਹ ਪ੍ਰੋਗਰਾਮ ਸੁਣਾਉਣਾ ਹੈ। ਫਿਰ ਰੱਬ ਨੇ ਮਿਹਰ ਕੀਤੀ, ਇਹ ਪ੍ਰੋਗਰਾਮ ਬੜਾ ਸਾਡਾ ਸਫਲ ਹੋਇਆ। ਅਤੇ ਉਸ ਤੋਂ ਬਾਅਦ ਫਿਰ 2014 ਦੇ ਵਿੱਚ ਹੀ ਫਰਵਰੀ ਦੇ ਵਿੱਚ ਇੱਕ ਪ੍ਰੋਗਰਾਮ ਅਸੀਂ ਲੈ ਕੇ ਆਏ ਸੀ ਬੱਚਿਆਂ ਦਾ। ਉਹਦੇ ਵਿੱਚ ਟੋਟਲੀ ਬੱਚਿਆਂ ਦਾ ਹੀ ਪ੍ਰੋਗਰਾਮ ਸੀ। ਅਤੇ ਸਾਡੇ ਹੀ ਸ਼ਹਿਰ ਦੇ ਜਿੰਨੇ ਵੀ ਬੱਚੇ ਸਨ ਜਿਹੜੇ ਕੋਈ ਚੰਗਾ ਗਾ ਸਕਦੇ ਹਨ, ਚੰਗਾ ਵਜਾ ਸਕਦੇ ਹਨ, ਅਸੀਂ ਕੋਸ਼ਿਸ਼ ਕੀਤੀ ਸੀ। ਉਹ ਵੀ ਬੜਾ ਸਫਲਤਾਪੂਰਵਕ ਸਾਡਾ ਪ੍ਰੋਗਰਾਮ ਗਿਆ ਸੀ। ਅਤੇ ਉਹ ਫਿਰ ਜਿਹੜੀ ਹੁਣ ਆਦਤ ਇੱਕ ਤਾਂ ਬੱਚਿਆਂ ਨੂੰ ਸਿਖਾਉਣ ਦੀ ਆਦਤ ਪੈ ਗਈ। ਜੇ ਅਸੀਂ ਸਿਖਾ ਰਹੇ ਹਾਂ ਤਾਂ ਨਾਲ ਨਾਲ ਵੀ ਇਹਨਾਂ ਬੱਚਿਆਂ ਨੂੰ ਆਪਾਂ ਅੱਗੇ ਕਿੱਦਾਂ ਲੈ ਕੇ ਆਉਣਾ, ਅਤੇ ਇਹ ਸਾਡੀ ਕੋਸ਼ਿਸ਼ ਸੀ। ਉਹ ਕੋਸ਼ਿਸ਼ ਸਾਡੀ ਬਹੁਤ ਸਫਲ ਹੋਈ। ਪਰ ਥੋੜ੍ਹੀ ਜਿਹੀ ਐਤਕੀ ਅਸੀਂ ਚੇਂਜਸ ਇਸ ਸਾਲ ਇਸ ਕਰਕੇ ਕੀਤੀ ਹੈ ਕਿ ਬੱਚਿਆਂ ਦਾ ਪ੍ਰੋਗਰਾਮ ਅਸੀਂ ਨਹੀਂ ਰੱਖ ਸਕਦੇ। ਸਾਨੂੰ ਅਫਸੋਸ ਹੈ ਕਿਉਂਕਿ ਇਸ ਦੇ ਵਿੱਚ ਅਸੀਂ 2 ਬਹੁਤ ਵੱਡੀਆਂ ਮਹਾਨ ਹਸਤੀਆਂ ਸਾਡੇ ਕਲਾਸੀਕਲ ਦੀ ਦੁਨੀਆ ਦੀਆਂ ਆ ਰਹੀਆਂ ਨੇ। ਰਮਨੀਕ ਸਿੰਘ ਜੀ ਇੱਕ ਪਾਸੇ ਵੋਕਲ ਦੇ ਵਿੱਚ, ਦੂਜੇ ਪਾਸੇ ਉਸਤਾਦ ਤਾਰੀ ਖਾਨ ਸਾਹਿਬ। ਸਮਾਂ ਜਿਹੜਾ ਉਹ 3 ਘੰਟੇ ਦਾ ਹੀ ਹੈ। ਅਤੇ ਅਸੀਂ ਇਸ ਪ੍ਰੋਗਰਾਮ ਆਪਣੇ ਬੱਚਿਆਂ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਅਸੀਂ ਪੋਸਟਪੋਨ ਕਰਕੇ ਫਰਵਰੀ ਦੇ ਵਿੱਚ 15 ਜਾਂ 16 ਜੋ ਵੀ ਮਤਲਬ ਉਦੋਂ ਵੈਦਰ ਦੇਖਾਂਗੇ ਕਿਸ ਤਰ੍ਹਾਂ ਦਾ ਚੱਲ ਰਿਹਾ, ਉਸ ਹਿਸਾਬ ਨਾਲ ਅਸੀਂ ਬੱਚਿਆਂ ਦਾ ਪ੍ਰੋਗਰਾਮ ਰੱਖਾਂਗੇ। ਤਾਂ ਉਸ ਪ੍ਰੋਗਰਾਮ ਦੇ ਵਿੱਚ ਖੁੱਲ੍ਹਾ ਸੱਦਾ ਹੈ ਉਹਨਾਂ ਬੱਚਿਆਂ ਨੂੰ, ਕਿਉਂਕਿ ਇਹ ਸਟੇਜ ਹੀ ਉਹਨਾਂ ਬੱਚਿਆਂ ਵਾਸਤੇ ਬਣੀ ਹੈ ਜਿਹੜੇ ਬੱਚੇ ਅੱਗੇ ਵਧਣਾ ਚਾਹੁੰਦੇ ਨੇ। ਅਤੇ ਉਹਦੇ ਵਿੱਚ ਸਾਡਾ ਖੁੱਲ੍ਹਾ ਸੱਦਾ ਹੈ ਉਹ ਬੱਚਿਆਂ ਨੂੰ ਜਿਹੜੇ ਬੱਚੇ ਕਲਾਸੀਕਲ ਗਾ ਸਕਦੇ ਹਨ, ਇੰਸਟਰੂਮੈਂਟ ਵਜਾ ਸਕਦੇ ਹਨ। ਉਹ ਭਾਵੇਂ ਤਬਲਾ ਹੋਵੇ, ਬੀਨਾ ਹੋਵੇ, ਸਿਤਾਰ ਹੋਵੇ, ਫਲੂਟ ਹੋਵੇ, ਅਤੇ ਉਹ ਭਾਵੇਂ ਕਿਸੇ ਸਿੱਖ ਦਾ ਬੱਚਾ ਹੈ, ਕਿਸੇ ਮੁਸਲਮਾਨ ਦਾ ਬੱਚਾ ਹੈ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਤੁਸੀਂ ਆਓ। ਅਤੇ ਇਸ ਪ੍ਰੋਗਰਾਮ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੰਬਰ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ 'ਤੇ ਮਿਲ ਜਾਏਗੀ। ਤੁਹਾਡੇ ਥਰੂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਸੰਦੇਸ਼ ਹੈ ਸਾਰੇ ਲੋਕਾਂ ਤੱਕ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਪਿਓ ਇਨਕਰੇਜ ਮਤਲਬ ਥੋੜ੍ਹੀ ਪੁਸ਼ ਕਰਨ ਜੀ। ਠੀਕ ਹੈ ਨਾ। ਅਤੇ ਜੇ ਮਾਂ ਪਿਓ ਬੱਚਿਆਂ ਨੂੰ ਪੁਸ਼ ਕਰਨਗੇ ਤਾਂ ਕੁਦਰਤੀ ਗੱਲ ਹੈ ਕਿ ਬੱਚੇ ਨੂੰ ਤੁਸੀਂ ਜਿੱਧਰ ਮਰਜ਼ੀ ਲੈ ਜਾਓ। ਬੱਚੇ ਨੂੰ ਪਰਿਵਾਰ ਮਾਂ ਪਿਓ ਚੋਰ ਵੀ ਬਣਾ ਸਕਦਾ ਅਤੇ ਬੱਚੇ ਨੂੰ ਮਾਂ ਪਿਓ ਬਹੁਤ ਵੱਡਾ ਇਨਸਾਨ ਵੀ ਬਣਾ ਸਕਦਾ ਹੈ। ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਜਿਹੜੀ ਇਹ ਕੀਤੀ ਹੈ। ਸੋ ਤੁਸੀਂ ਤੇ ਅਗਲੇ ਪ੍ਰੋਗਰਾਮ ਵੀ ਦੱਸ ਦਿੱਤੇ ਅਤੇ ਪਿਛਲੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਤੁਸੀਂ ਦੇ ਦਿੱਤੀ। ਇਸ ਤੋਂ ਬਾਅਦ ਹੁਣ ਇਹ ਅਗਲੇ ਪ੍ਰੋਗਰਾਮ ਵੀ ਜਿਹੜੇ ਤੁਸੀਂ ਲਿਖੇ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਜੀ। ਔਰ ਤੁਸੀਂ ਗੱਲ ਕੀਤੀ ਕਿ ਉਸਤਾਦ ਤਾਰਿਕ ਖਾਨ ਜੀ ਪਹੁੰਚ ਰਹੇ ਨੇ। ਜੇ ਅਸੀਂ ਉਹਨਾਂ ਬਾਰੇ ਜਾਣਕਾਰੀ ਹਾਸਿਲ ਕਰੀਏ ਤਾਂ ਤਬਲੇ ਦੀ ਦੁਨੀਆ ਦੇ ਇੱਕ ਬਹੁਤ ਹੀ ਮਹਾਨ ਹਸਤੀ ਨੇ ਔਰ ਕਿਹਾ ਜਾਂਦਾ ਕਿ ਤਬਲੇ ਦੇ ਵਿੱਚੋਂ ਬੋਲ ਕੱਢ ਦਿੰਦੇ ਆ ਜੀ, ਇੰਨਾ ਕੁ ਵਧੀਆ ਵਜਾਉਂਦੇ ਨੇ। ਬੜੀ ਕਿਰਪਾ ਉਹਨਾਂ 'ਤੇ। ਅਤੇ ਇਹ ਵੀ ਦੇਖੋ ਕੈਸੀ ਕਿਸਮਤ ਹੈ। ਮੈਂ ਜਦੋਂ ਮੇਰੇ ਖਿਆਲ 14 ਸਾਲ ਦਾ ਸੀ, 13-14 ਸਾਲ ਦਾ, ਤਾਂ ਮੈਂ ਇੱਕ ਜਗ੍ਹਾ 'ਤੇ ਬੈਠਾ ਸੀ, ਕਿਤੇ ਗਿਆ ਮੈਂ, ਅਤੇ ਉਸ ਜਗ੍ਹਾ 'ਤੇ ਉਹ 3-4 ਲੋਕ ਬੈਠੇ ਸਨ
ਪਹਿਲੀ ਮੇਰੀ ਜ਼ਿੰਦਗੀ ਦਾ ਤਜਰਬਾ ਹੈ। ਤਾਂ ਇੱਕ ਸੱਜਣ ਆਇਆ ਜਿਹਨੂੰ ਵਿਚਾਰੇ ਨੂੰ ਸੰਗੀਤ ਦੀ ਨੌਲੇਜ ਕੋਈ ਨਹੀਂ ਸੀ, ਪਰ ਉਹਨੇ ਗੱਲ ਬੜੀ ਵਧੀਆ ਕਹੀ। ਉਦੋਂ ਇੱਕ ਗਜ਼ਲ ਆਈ ਸੀ, ਚੁਪਕੇ ਰਾਤ दिन आंसू बहाना याद है हमको अब तक आशिकी का वो जमाना याद है, ਬੜੀ ਪਾਪੂਲਰ ਹੋਈ ਸੀ। ਅਤੇ ਇਸ ਗਜ਼ਲ ਨੇ ਮਤਲਬ ਚੀਜ਼ ਕੋਈ ਦੁਨੀਆ 'ਤੇ ਮਾੜੀ ਨਹੀਂ, ਜੋ ਵੀ ਚੰਗੀ ਗਾਈ ਜਾਏ। ਉਸ ਟਾਈਮ ਉਹ ਦੌਰ ਚੱਲ ਰਿਹਾ ਸੀਗਾ ਆਪਣਾ ਕੈਬਰੇ ਡਾਂਸ ਦਾ। ਤਾਂ ਉਸ ਗਜ਼ਲ ਨੇ ਕੀ ਕੀਤਾ, ਬੜਾ ਅੱਛਾ ਕੰਮ ਕੀਤਾ ਕਿ ਲੋਕਾਂ ਨੂੰ ਫਿਰ ਉਸ ਜਿਹੜਾ ਮਿਊਜ਼ਿਕ ਆ ਰਿਹਾ ਸੀ ਨਾ ਵੈਸਟਰਨ ਸਾਡੇ ਦੇਸ਼ ਦੇ ਵਿੱਚ, ਉਹਦੇ ਤੋਂ ਤੋੜ ਕੇ ਫਿਰ ਸਾਡੇ ਮਿਊਜ਼ਿਕ ਦੇ ਵਿੱਚ ਲੈ ਕੇ ਆਂਦਾ। ਉਸ ਚੀਜ਼ ਨੇ ਬੜਾ, ਕਿਉਂਕਿ ਅਸੀਂ ਦੇਖਿਆ ਉਹ ਸਮਾਂ, ਉਹ ਲੈ ਕੇ ਤਾਂ ਉੱਥੇ ਇੱਕ ਆਪਣਾ ਸੱਜਣ ਬੈਠੇ ਸੀ, ਉਹ ਕਹਿੰਦੇ ਵੀ ਕਿਆ ਤਬਲਾ ਬਜਾਇਆ ਇਸ ਗਜ਼ਲ में। तो दूजा कहता यार क्या बजाया उन्होंने, वो कहता जी उन्होंने दादरा बड़ा अच्छा बजाया। तो मैं लागे बैठा सी, तो मैनू पता पुता तो है नहीं सी, तबला सीखना शुरू किया सी। मैं क्या भाई साहब दादरा तो नहीं है उस गज़ल में बजा, उस गज़ल में तो रूपक बजा हुआ है। तो वो कहता हाँ यार सॉरी, हाँ ठीक है रूपक ही बजाया, पर लेकिन मेरे को कहता इतनी नॉलेज नहीं है पर मुझे बहुत अच्छा लगता है जब। तो वो तबला उस्ताद तारिक खान साहब ने बजाया। हाँ जी। तो मतलब जिथे वो पाकिस्तान ਦੇ ਬਹੁਤ ਵੱਡੇ ਮਤਲਬ ਆਪਣਾ ਇੱਕ ਮੁਕਾਮ ਰੱਖਦੇ ਹਨ ਤਬਲੇ ਦੀ ਦੁਨੀਆ ਦੇ ਵਿੱਚ। ਅਤੇ ਜਦੋਂ ਇਹੋ ਜਿਹਾ ਇਨਸਾਨ ਬਾਹਰਲੀ ਦੁਨੀਆ ਵਿੱਚ ਜਾਂਦਾ ਹੈ ਤਾਂ ਫਿਰ ਉੱਥੇ ਇਹ ਹੋ ਜਾਂਦਾ ਹੈ ਇਹ ਇਕੱਲਾ ਪਾਕਿਸਤਾਨ ਦਾ ਨਹੀਂ, ਇਹ ਸਾਡਾ ਵੀ ਹੈ ਜੀ। ਹਾਂਜੀ। ਤਾਂ ਉੱਥੇ ਫਿਰ ਗੱਲ ਉੱਥੇ ਆ ਜਾਂਦੀ ਹੈ, ਇੱਕ ਪਿਆਰ ਦੀ ਦੁਨੀਆ ਹੈ। ਅਤੇ ਜਿਸ ਪਿਆਰ ਦੀ ਦੁਨੀਆ ਦੇ ਵਿੱਚ ਇੱਥੇ ਕੋਈ ਬਾਉਂਡਰੀ ਨਹੀਂ ਹੈ, ਕੋਈ ਸਭ ਸੱਜਣ ਮਿੱਤਰ ਹੀ ਨੇ, ਜਿੰਨੇ ਵੀ ਬੈਠੇ ਨੇ ਸਭ ਸੱਜਣ ਹੀ ਨੇ। ਤਾਂ ਉਹ ਨਾਮ ਸਾਡੇ ਸ਼ਹਿਰ ਦੇ ਵਿੱਚ ਆ ਰਿਹਾ। ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਸਮਾਂ ਇਹ ਜ਼ਿੰਦਗੀ 'ਚ ਕਦੇ ਕਦੇ ਬਣਦਾ ਹੈ। ਹਰ ਰੋਜ਼ ਉਸਤਾਦ ਤਾਰਿਕ ਖਾਨ ਸਾਹਿਬ ਨਹੀਂ ਆ ਸਕਦੇ, ਹਰ ਰੋਜ਼ ਰਮਨੀਕ ਸਿੰਘ ਨਹੀਂ ਆ ਸਕਦੀ, ਹਰ ਵਾਰੀ ਨਵੀਂ ਚੇਂਜਸ ਆ ਜਾਣੀਆਂ। ਅਤੇ ਇਹ ਕਿਤੇ 20 ਸਾਲਾਂ ਹੁਣ ਅਸੀਂ ਆਪਣੇ ਕੈਲਗਰੀ ਸ਼ਹਿਰ ਦੀ ਗੱਲ ਕਰਦਾ ਮੈਂ, ਵੀ ਇਸ ਸ਼ਹਿਰ ਦੇ ਵਿੱਚ ਪੰਡਿਤ ਰਵੀ ਸ਼ੰਕਰ ਜੀ ਆਏ ਸਨ। ਕਦੋਂ ਆਏ ਸਨ? 1984 'ਚ। ਤਾਂ ਅੱਜ ਵੀ ਲੋਕ ਯਾਦ ਕਰਦੇ ਨੇ ਕਿ ਸਾਡੇ ਸ਼ਹਿਰ 'ਚ ਪੰਡਿਤ ਰਵੀ ਸ਼ੰਕਰ ਆਏ ਸੀ, ਪਰ ਅਸੀਂ ਸਾਡੇ ਮਨ 'ਚ ਸੀਗਾ ਵੀ ਯਾਰ ਅਸੀਂ ਪੰਡਿਤ ਰਵੀ ਸ਼ੰਕਰ ਦੇਖਣਾ ਹੈ, ਠੀਕ ਹੈ ਨਾ। ਅਤੇ ਜਦੋਂ ਬੱਚੇ ਸਿੱਖਦੇ ਨੇ ਉਹਨਾਂ 'ਚ ਹੁੰਦਾ ਹੈ ਕਿ ਵੀ ਮੈਂ ਇੱਦਾਂ ਦਾ ਬਣਨਾ ਹੈ, ਮੈਂ ਇਹਨੂੰ ਮਿਲਣਾ ਹੈ ਜੀ। ਮੈਂ ਉਸਤਾਦ ਹੁਣ ਕਈ ਮੈਨੂੰ ਕੱਲ੍ਹ ਦੇ ਪਰਸੋਂ ਦੇ ਮੈਸੇਜ ਆ ਰਹੇ ਨੇ ਕਿ ਹਰਜੀਤ ਭਾਈ ਹਮਨੇ ਉਸਤਾਦ ਤਾਰਿਕ ਖਾਨ ਸਾਹਿਬ ਕੋ ਮਿਲਣਾ ਹੈ। ਤਾਂ ਮੈਂ ਉਹ ਸਾਰਿਆਂ ਨੂੰ ਮੈਸੇਜ ਕੀਤੇ ਨੇ ਵੀ ਅਸੀਂ ਸੰਡੇ ਨੂੰ ਇੱਥੇ ਕੋਸ਼ਿਸ਼ ਕਰ ਰਹੇ ਹਾਂ ਕਿ 2-3 ਘੰਟੇ ਉਹ ਸਾਡੇ ਕੋਲ ਇੱਥੇ ਆ ਕੇ ਰਹਿਣ। ਅਤੇ ਸਾਡੇ ਬੱਚਿਆਂ ਨੂੰ ਤੁਹਾਡੇ ਥਰੂ ਵੀ ਮੈਸੇਜ ਹੈ, ਸੰਡੇ ਨੂੰ ਤਕਰੀਬਨ ਸ਼ਾਮ ਨੂੰ 2 ਤੋਂ ਲੈ ਕੇ 5-6 ਵਜੇ ਤੱਕ ਇੱਥੇ ਰਹਿਣਗੇ। ਅਤੇ ਜਿਹੜੇ ਵੀ ਸੱਜਣ ਮਿੱਤਰ ਸੁਣਨਾ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ, ਖੁੱਲ੍ਹਾ ਸੱਦਾ ਸਾਰਿਆਂ ਨੂੰ, ਉਹਨਾਂ ਨੂੰ ਆ ਕੇ ਮਿਲ ਸਕਦੇ ਹਨ। ਤਾਂ ਰਮਨੀਕ ਸਿੰਘ ਜੀ ਵੀ ਸਾਡੇ ਕੋਲ ਇੱਥੇ ਹਨ। ਅਤੇ ਜਿਹੜੇ ਵੀ ਸੰਗੀਤ ਨੂੰ ਪਿਆਰ ਕਰਦੇ ਹਨ ਉਹ ਆ ਕੇ ਉਹਨਾਂ ਨੂੰ ਮਿਲ ਸਕਦੇ ਹਨ। ਸੋ ਤੁਸੀਂ ਤਾਂ ਬਹੁਤ ਕੁਛ ਇਨਫੋਰਮੇਸ਼ਨ ਦੇ ਦਿੱਤੀ ਹੈ ਜੀ, ਔਰ ਬਹੁਤ ਵਧੀਆ ਉਪਰਾਲਾ ਇਹ ਆ। ਉਸਤਾਦ ਜੀ ਬਾਰੇ ਜਿੰਨਾ ਕਿਹਾ ਜਾਵੇ ਮੈਂ ਕਹਿੰਦਾ ਅਸੀਂ ਉਸ ਲਾਇਕ ਨਹੀਂ ਹੈਗੇ ਕਿ ਉਹਨਾਂ ਦੀ ਤਾਰੀਫ ਕਰ ਸਕੀਏ। ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੈਂ ਉਸਤਾਦ ਤਾਰਿਕ ਖਾਨ ਸਾਹਿਬ ਜੀ ਦਾ ਇੱਕ ਸੀਗਾ ਜੁਗਲਬੰਦੀ ਸੀਗੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ। ਉਹ ਤੁਸੀਂ YouTube ਦੇ ਉੱਤੇ ਅਗਰ ਸਾਡੇ ਦਰਸ਼ਕ ਦੇਖ ਸਕਦੇ ਹੋਣ ਅਤੇ ਮੇਰੇ ਹਿਸਾਬ ਦੇ ਨਾਲ ਉੱਦਾਂ ਦੀ ਜੁਗਲਬੰਦੀ ਮੈਂ ਪਹਿਲਾਂ ਕਦੀ ਸੁਣੀ ਨਹੀਂ ਹੈ ਜੀ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਉਹਨਾਂ ਨੇ ਉਹਦੇ 'ਚ ਕੀਤਾ। ਕਾਫੀ ਉਹਨਾਂ ਦੀਆਂ ਜਿਹੜੀਆਂ ਰਿਕਾਰਡਿੰਗ ਹੈਗੀਆਂ ਨੇ YouTube 'ਤੇ ਹਨ। ਤੁਸੀਂ ਇੱਕ ਰਿਕਾਰਡਿੰਗ ਬੜੀ ਵਧੀਆ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਦੀ ਹੈ, ਮੇਰੇ ਖਿਆਲ 2 ਸਾਲ ਜਾਂ ਸਾਲ ਪੁਰਾਣੀ ਉਹ। ਅਤੇ ਤੁਸੀਂ ਉਹ ਵੀ ਅਗਰ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਬੜਾ ਅਜੀਬੋ ਗਰੀਬ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ। ਅਤੇ ਇਸ ਕਰਕੇ ਇਹ ਲੋਕ ਇਹਨਾਂ ਨੇ ਜ਼ਿੰਦਗੀ ਦਿੱਤੀ ਹੈ ਇਸ ਚੀਜ਼ ਨੂੰ। ਉਹਨਾਂ 'ਚ ਇਹ ਨਹੀਂ ਹੈ ਕਿ ਮੈਂ 4 ਦਿਨ ਮੇਰੇ ਵਰਗੇ ਨੇ ਤਬਲਾ ਵਜਾ ਲਿਆ ਤਾਂ ਹਮ ਤੋਂ ਬਹੁਤ ਬੜੇ ਉਸਤਾਦ ਬਣ ਗਏ, ਨਹੀਂ। ਇਹਨਾਂ ਲੋਕਾਂ ਨੇ ਬਹੁਤ ਲੰਬੀ ਜ਼ਿੰਦਗੀ ਆਪਣੀ ਇਸ ਇਸ਼ਕ ਨੂੰ ਦਿੱਤੀ ਹੈ, ਕਿਉਂਕਿ ਇਹ ਵੀ ਇਸ਼ਕ ਹੀ ਹੈ। ਉਹ ਰੱਬ ਨਾਲ ਕਰ ਲਓ, ਆਪਣੇ ਸਾਧ ਨਾਲ ਕਰ ਲਓ, ਆਪਣੇ ਕੰਮ ਨਾਲ ਕਰ ਲਓ। ਇਹ ਇੱਕ ਰੂਹਾਨੀਅਤ ਦਾ ਰਸਤਾ ਹੈ ਜਿਹੜਾ ਉਹਨਾਂ ਨੇ ਆਪਣੀ ਤਬਲੇ ਦੇ ਥਰੂ ਆਪਣੇ ਉਹ ਰੱਬ ਨਾਲ ਗੱਲਾਂ ਕਰਦੇ ਨੇ ਜੀ। ਅਸੀਂ ਰਮਨੀਤ ਜੀ ਨਾਲ ਗੱਲਾਂ ਕਰ ਰਹੇ ਸੀਗੇ ਅਤੇ ਉਹਨਾਂ ਨੇ ਸਾਨੂੰ ਇੱਕ ਗੱਲ ਬੜੀ ਮੈਨੂੰ ਬਹੁਤ ਵਧੀਆ ਲੱਗੀ ਕਿ ਉਸਤਾਦ ਜੀ ਖਾਨ ਸਾਹਿਬ ਕਹਿੰਦੇ ਕਿ ਉਹਨੂੰ ਕਿਸੇ ਨੇ ਪੁੱਛਿਆ ਕਿ ਉਹ ਨਮਾਜ਼ ਨਹੀਂ ਪੜ੍ਹਦੇ ਅਤੇ ਉਹ ਕਹਿੰਦੇ ਵੀ ਮੈਂ ਰੋਜ਼ ਹਰ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਮਾਜ਼ ਹੀ ਪੜ੍ਹਦਾ। ਹਾਂਜੀ। ਸੋ ਸੰਗੀਤ ਹੀ ਮੇਰੀ ਨਮਾਜ਼ ਹੈ। ਹਾਂਜੀ। ਮੈਂ ਤੁਹਾਨੂੰ ਇੱਕ ਹੋਰ ਤੁਹਾਡੀ ਜਾਣਕਾਰੀ ਵਾਸਤੇ ਇੱਕ ਦੱਸ ਦਿੰਦਾ ਕਿ
ਉਸਤਾਦ ਅਬਦੁਲ ਰਸ਼ੀਦ ਖਾਨ ਸਾਹਿਬ, ਜਿਹੜੇ ਕਿ ਇਸ ਟਾਈਮ ਮੇਰੇ ਖਿਆਲ 106 ਸਾਲ ਦੇ ਨੇ। YouTube 'ਤੇ ਜਾਓ ਤਾਂ ਉੱਥੇ ਅਗਲਾ ਤੁਸੀਂ ਭਰਦੇ ਹੋ ਨਾ ਉਸਤਾਦ ਅਬਦੁਲ ਰਸ਼ੀਦ ਖਾਨ ਸਾਹਿਬ, ਤੁਹਾਨੂੰ ਉੱਥੇ YouTube 'ਤੇ ਹੁਣ ਵੀ ਉਹਨਾਂ ਦੀ ਰਿਕਾਰਡਿੰਗ ਉਹ ਹੈਗੀ ਮੌਜੂਦ, ਜਿਹੜੇ ਕਿ 106 ਸਾਲ ਦੇ ਹਨ। ਅਤੇ ਉਹਨਾਂ ਨੂੰ ਥੋੜ੍ਹੇ ਦਿਨ ਪਹਿਲਾਂ ਉਹਨਾਂ ਦਾ ਇੰਟਰਵਿਊ ਹੋਇਆ, ਇੱਕ ਅਖਬਾਰ ਵਾਲੇ ਨੇ ਲਿਆ, ਤਾਂ ਉਸਤਾਦ ਜੀ ਆਪ ਹਜ ਪਰ ਨਹੀਂ ਗਏ? तो उन्होंने ये जवाब सी कि मैं तो हज रोज़ करता हूँ। वो कहते हज आप रोज़ कैसे करते हैं? कहते जब मैं अपने दर्शकों के सामने गाता हूँ, हाले भी गाते हैं, दिहाड़ी के 2-2 प्रोग्राम करते हैं हाले भी। तो वो कहते जब मैं स्टेज पर गाता हूँ ना, तो मैं अपने अल्लाह के साथ बातें करता हूँ, उसी वक्त मेरा हज हो जाता है। तो ये चीज़ तुसीं देख सकते हो, इहो जिहियां चीज़ां देख के उहदे तो प्रेरणा मिलती है। यार इन्हां लोकां ने 106 साल, मेरे साढ़े वर्गे 10 साल 15 साल लभणे भी नहीं मतलब पता नहीं ना हुंदा बंदे दा। तो मतलब गल देखो कि 106 साल की उम्र दे विच गाना बहुत वड्डी गल है, माड़ी मोटी गल नहीं। क्यों हो रहा है? क्यों जुड़े हुए ने जी, उन्होंने अपनी जिंदगी उस वाहिगुरू नूं, उस अल्लाह नूं, उस राम नूं दित्ती हुई है, उहदे नाल गल्लां हो रहीआं ने। यह जिंदगी का जो आनंद है किते नहीं मिल सकता। सो बहुत कुछ सानू अज सीखण नूं मिलिਆ जी, इन्ना कुछ शायद साडे धन भाग ने कि एडियां वड्डियां वड्डियां म्यूजिक दियां हस्तियां ने जिहड़ियां वो इत्थे पहुंचियां ने। और मैं तुहानूं भी मुबारकबाद देना चाहूँगा कि तुसीं उद्यम करके बच्चों नूं सिखा रहे हो और ये निष्काम सेवा कर रहे हो। सब तो वड्डी गल जिहड़ी आ कि कैलगरी दे विच तुसीं रह के इस उद्यम भरे काम नूं इस क्योंकि बहुत सारिया मुश्किलों का सामना करना पैंदा है, चाहे वो आर्थिक स्थिति होवे, चाहे जिद्दां भी होवे जी जी। सो साडे दर्शकां नूं यह बेनती है कि तुसीं इस शो दे विच जरूर पहुंचना है और उस दे नाल नाल तुसीं ये जिहड़ियां महान हस्तियां उन्हां दे दर्शन भी करने हैं। क्योंकि जे उस्ताद तारिक खान जी दे पहलां भी असीं गल कीती है कि बहुत वधिया वधिया जिहड़ियां उन्हां दियां तुसीं रिकॉर्डिंग दा तुसीं इंटरनेट ते देख सकदे हो और खुद अंदाज़ा ही लगा सकते हो कि वो आनंद जिहड़ा उत्थे हॉल दे विच बैठ के आएगा वो की होऊगा। सो अज बहुत वधिया साडा ये गलबात दा सिलसिला चलिया। हाँ जी, और ਉਹਦੇ ਲਈ बहुत बहुत धन्यवाद। हाँ जी, सरदार पुरिंदर सिंह जी, जिथे आप जी का बहुत बहुत धन्यवाद, उत्थे नाल ਚੱਕਦੇ टीवी जिन्हें बहुत वड्डा उपराला करके साडे कोल इत्थे आए तो ਜਿਹੜੀਆਂ ਗੱਲਾਂ ਬਾਤਾਂ ਆਪਣੀਆਂ ਹੋਈਆਂ तो असी उस वाहिगुरू असला परमात्मा दे अगे अरदास करते हैं कि तुहाडा ये चढ़दियां कला दे नाल ये चैनल चले तो तुसीं तरक्कियां करो तो चढ़दियां कला नाल तरक्कियां करो। बहुत बहुत तुहाडा धन्नवाद जी। धन्नवाद तुहाडा जी, तुसीं साडे लई समां कढिया, साडे लई इत्थे मौजूद होए, साडी मुलाकात रमणीक कौर जी नाल करवाई और हुण एक होर उद्यम जिहड़ा असीं कीता है जिहदे विच कैलगरी वासियां नूं तुसीं एडे वड्डियां वड्डियां महान हस्तियां नाल मिला रहे हो। सो मैं तुहानूं मुबारकबाद दिंदा और तुहाडा धन्नवाद करदा। धन्नवाद जी। और इस दे नाल ही मैं अपने दर्शकों नूं ये बेनती करूँगा कि तुहानूं ये शो किस तरह का लगा सानूं ज़रूर दसना। तुसीं सानूं कॉन्टैक्ट कर सकते हो अगर तुहाडे कोई भी सवालात ने किसी भी किस्म के, तुसीं अपने बच्चों नूं नाल लैके इत्थे आउणा चाहुंदे हो सर्ब अकाल अकैडमी दे विच, तो तुसीं सानूं भी कॉन्टैक्ट कर सकते हो तो भाई हरजीत सिंह जी नूं भी कॉन्टैक्ट कर सकते हो। और इस तो इलावा कोई होर जानकारी होवे ते साडे नाल सिद्धी तुसीं जिहड़ा राबता तुसीं कायम कर सकते हो। साडा जिहड़ा कॉन्टैक्ट नंबर है वो 4033518000 या उस तो इलावा ईमेल ते तुसीं कॉन्टैक्ट कर सकते हो। सानूं फेसबुक या ट्विटर ते भी फॉलो कर सकते हो, नाल दी नाल साडा यूट्यूब चैनल भी सबसक्राइब कर सकते हो। सो हुण लैने आ तुहाडे तो इजाजत, फिर मिलदे आ एक नवें शो दे विच एक नवें गलबात दे मुद्दे दे नाल।